ठाकुर तुम पै अरदास जियो पिंड सब तेरी रास। तुम मात पिता हम बारिक तेरे, तुमरी कृपा मह सुख कनेरे। वे न जानै तुमरा अंत, ऊंचे ते ऊंचा भगवंत। सगल समगरी तुमरै सूतर धारी, तुम ते होए सो आज्ञाकारी। तुमरी गत मित तुम ही जानी, नानक दास सदा कुर्बानी। दैनहार प्रभ छोड़ के लागे आन सुआए, नानक कहु न सिजई बिन नावे पत जाए। टल गुर सेविया अहनस सहज सुभाए, दर्शन परसिय गुरु के जन्म मरण दुख जाए। सिफत संबंधी नूर अरसों कुरसों चटिया, तुध डिठे सच्चे पातशाह जन्म जन्म दी कटिया। सच्चे पातशाह हर जन्म जन्म दी कटिया। सतनाम श्री वाहिगुरु साहिब जीओ। सोही महला पंजवा। हर चरण कमल की टेक, सतगुर दिती तुसकै बलराम जियो। हर अमृत भरे भंडार, सब किछ घर तिसकै बलराम जियो। बाबल मेरा वड समरथा, करण कारण प्रभ हारा। जिस सिमरत दुख कोई ना लागै, भौजल पार उतारा। आद जुगाद भगतन का राखा, उस्तत कर कर जीवा। नानक नाम महारस मीठा, आंदिन मन तन पीवा। हर चरण कमल की टेक, सतगुर दिती तुसकै बलराम जियो। वाहिगुरु जी का खालसा, वाहिगुरु जी की फतेह। दीन दुनिया दे मालक, शब्दा अवतार, 10 पातशाहियां दी हिरदा ਸਰੂਪ ਇਹ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਤਨਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਸੰਗਤ ਨੇ ਮਿਲ ਕਰਕੇ ਬੈਠਦਿਆਂ ਹੋਇਆਂ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸ੍ਰੀ ਆਸਾ ਜੀ ਦੀ ਵਾਰ ਬਾਣੀ
ਸਰਵਨ ਕਰਕੇ ਪੜ੍ਹ ਕੇ ਵੱਡੇ ਭਾਰੀ ਲਾਭ ਪ੍ਰਾਪਤ ਕੀਤੇ ਹਨ। ਮਨੁੱਖਾ ਜਨਮ ਦੀਆਂ ਮਿਲੀਆਂ ਹੋਈਆਂ ਇਹ ਘੜੀਆਂ, ਇਹ ਸਵਾਸ ਗੁਰੂ ਸੰਗਤ ਵਿੱਚ ਸਫਲੇ ਬਣੇ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੀ ਜੋ ਅੰਮ੍ਰਿਤ ਬਾਣੀ ਲੜੀਵਾਰ ਜੋ ਕਥਾ ਆਪਾਂ ਸਰਵਨ ਕਰਦੇ ਹਾਂ, ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾ। ਸੂਹੀ ਰਾਗ ਦੇ ਅੰਦਰ ਪੰਚਮ ਗੁਰਦੇਵ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਇਹ ਪਾਵਨ ਪਵਿੱਤਰ ਜੋ ਸ਼ਬਦ ਹੈ 777 ਅੰਗ ਦੇ ਉੱਪਰ ਮਹਾਰਾਜ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਗ ਨੰਬਰ 777 ਦੇ ਉੱਪਰ ਇਹ ਸ਼ਬਦ ਮਹਾਰਾਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਲਿਖਿਆ ਹੈ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸਕੈ ਬਲਰਾਮ ਜੀਓ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਜਿਹੜਾ ਰਾਮ ਬਲਿਹਾਰ ਜਾਣ ਯੋਗ ਹੈ। ਰਾਮ ਕਿਸੇ ਵਿਅਕਤੀ ਜਾਂ ਅਵਤਾਰ ਦਾ ਨਾਮ ਨਹੀਂ ਹੈ। ਰਾਮ ਤੋਂ ਭਾਵ ਹੈ ਜਿਹੜਾ ਰਮਿਆ ਹੋਇਆ ਹੈ, ਸਾਰੇ ਥਾਵਾਂ ਤੇ ਜਿਹੜਾ ਸਮਾਇਆ ਹੋਇਆ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਐਸਾ ਜੋ ਪ੍ਰਮਾਤਮਾ, ਐਸਾ ਜੋ ਰਾਮ ਹੈ। ਮਹਾਰਾਜ ਕਹਿਣ ਲੱਗੇ ਉਹ ਰਾਮ ਜਿਹੜਾ ਨਾ ਬਲਿਹਾਰ ਜਾਨ ਰੂਪ ਹੈ। ਬਲਿਹਾਰ ਜਾਈਏ, ਸਦਕੇ ਜਾਈਏ, ਕੁਰਬਾਨ ਜਾਈਏ ਐਸੇ ਪ੍ਰਮਾਤਮਾ ਤੋਂ। ਪਰ ਸਤਿਗੁਰੂ ਤੁਸਕੈ, ਮਹਾਰਾਜ ਜੀਆਂ ਨੇ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਐਸੇ ਅਕਾਲ ਪੁਰਖ ਦੇ ਚਰਨਾਂ ਦੀ ਓਟ ਸਾਨੂੰ ਬਖਸ਼ਿਸ਼ ਕੀਤੀ ਹੈ। ਚਰਨ ਕਮਲ ਕੀ ਓਟ, ਚਰਨ ਕਮਲ ਕੀ ਟੇਕ। ਟੇਕ ਕਹਿ ਲਈਏ, ਓਟ ਕਹਿ ਲਈਏ, ਨਾਮ ਆਸਰੇ ਦਾ ਹੀ ਹੈ। ਕਹਿਣ ਲੱਗੇ ਅਕਾਲ ਪੁਰਖ ਦੇ ਜਿਹੜੇ ਸੁੰਦਰ ਕਮਲਾਂ ਵਰਗੇ ਚਰਨ ਹਨ, ਉਹਨਾਂ ਦਾ ਆਸਰਾ ਸਾਨੂੰ ਗੁਰੂ ਨੇ ਸਾਡੀ ਸੇਵਾ ਵੇਖ ਕੇ, ਸਾਡੀ ਭਾਵਨਾ ਵੇਖ ਕੇ ਮਹਾਰਾਜ ਸਾਡੇ ਤੇ ਖੁਸ਼ ਹੋ ਗਏ। ਤੁਸ ਕਹੀਏ ਪ੍ਰਸੰਨ ਹੋ ਗਏ। ਪ੍ਰਸੰਨ ਹੋ ਕੇ ਫਿਰ ਮਹਾਰਾਜ ਜੀਆਂ ਨੇ ਚਰਨਾ ਕਮਲਾਂ ਦੀ ਟੇਕ ਬਖਸ਼ਿਸ਼ ਕੀਤੀ ਹੈ। ਟੇਕ ਕਹੀਏ ਆਸਰਾ ਦਿੱਤਾ ਹੈ, ਕਿਉਂਕਿ ਉਹ ਪਰਮਾਤਮਾ ਬਲਿਹਾਰ ਜਾਣ ਯੋਗ, ਕੁਰਬਾਨ ਜਾਣ ਯੋਗ ਐਸਾ ਉਹ ਰਾਮ ਹੈ। ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਘਰ, ਤਿਸਕੈ ਬਲਰਾਮ ਜੀਓ। ਸਤਿਗੁਰੂ ਬਖਸ਼ਿਸ਼ ਕਰਦੇ, ਉਸ ਹਰੀ ਅਕਾਲ ਪੁਰਖ ਦੇ ਜਿੰਨੇ ਭੰਡਾਰੇ ਨੇ ਨਾ, ਨਾਮ ਅੰਮ੍ਰਿਤ ਦੇ ਨਾਲ ਭਰੇ ਪਏ। ਪਰਮਾਤਮਾ ਦੇ ਭੰਡਾਰੇ ਭਰੇ ਹੋਏ ਹਨ। ਦਿੰਦਾ ਦੇ ਲੈਦੇ ਥੱਕ ਪਾਹੇ। ਕੋਈ ਇਸ ਤਰ੍ਹਾਂ ਦਾ ਉਹਦਾ ਖਜ਼ਾਨਾ ਭੰਡਾਰਾ ਨਹੀਂ ਹੈ ਵੀ ਆਪਾਂ ਕੋਈ ਵਸਤੂ ਮੰਗੀਏ ਤੇ ਉਹ ਮਿਲੇ ਨਾ। ਬੇਅੰਤ ਮਾਲਕ, ਬੇਅੰਤ ਵਸਤੂਆਂ ਦਾ ਉਹ ਮਾਲਕ ਹੈ। ਬੇਅੰਤ ਪਦਾਰਥ ਭੰਡਾਰੇ ਉਹ ਦਿੰਦਾ ਹੈ। ਤੇ ਮਹਾਰਾਜ ਕਹਿਣ ਲੱਗੇ ਜਿਹੜੇ ਸੰਤਾਂ ਦੇ ਅੰਤଃਕਰਨ ਨਾ, ਹਿਰਦੇ, ਉਹ ਹਿਰਦੇ ਵੀ ਨਾਮ ਅੰਮ੍ਰਿਤ ਦੇ ਨਾਲ ਭਰੇ ਪਏ। ਮਹਾਰਾਜ ਦਾ ਬਚਨ ਵਸੀ ਰੱਬ ਹਿਆਲੀ ਹੈ। ਉਹਨਾਂ ਸੰਤਾਂ ਦੇ ਹਿਰਦੇ ਵਿੱਚ ਉਹ ਵਸਦਾ, ਇਸ ਕਰਕੇ ਉਹਨਾਂ ਦੇ ਹਿਰਦੇ ਵੀ ਨਾਮ ਅੰਮ੍ਰਿਤ ਨਾਲ ਭਰੇ ਹੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਜਿਹੜੇ ਧਾਰਮਿਕ ਗ੍ਰੰਥ ਨੇ, ਜਿਵੇਂ ਵੇਦ ਨੇ, ਸ਼ਾਸਤਰ ਨੇ, ਪੁਰਾਣ ਨੇ, ਕੁਰਾਨ ਨੇ, ਇਹ ਵੀ ਭਾਈ ਨਾਮ ਅੰਮ੍ਰਿਤ ਦੇ ਨਾਲ ਭਰੇ ਪਏ। ਇਹਦੇ ਵਿੱਚ ਵੀ ਅੰਮ੍ਰਿਤ ਹੀ ਅੰਮ੍ਰਿਤ ਹੈ, ਇਹਦੇ ਵਿੱਚ ਵੀ ਨਾਮ ਹੀ ਨਾਮ ਭਰਿਆ ਹੋਇਆ ਹੈ। ਸਭ ਕੁਛ ਹੈ ਘਰ ਤਿਸਕੈ, ਅਕਾਲ ਪੁਰਖ ਦੇ ਘਰ ਦੇ ਵਿੱਚ ਸਭ ਕੁਝ ਹੀ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਕਿਹੜਾ ਪਦਾਰਥ ਹੈ ਜਿਹੜਾ ਉਹਦੇ ਘਰ ਵਿੱਚ ਨਹੀਂ ਹੈ, ਜਿਹੜਾ ਉਹਦੇ ਕੋਲ ਨਹੀਂ ਹੈ। ਦੁਨੀਆ ਦੇ ਲੋਕ ਕਹਿ ਦੇਣਗੇ ਵੀ ਮੈਂ ਆ ਵਸਤੂ ਦੇ ਨਹੀਂ ਸਕਦਾ ਜਾਂ ਮੇਰੇ ਕੋਲ ਨਹੀਂ। ਪਰਮਾਤਮਾ ਨਹੀਂ ਕਹਿੰਦਾ ਹੈ ਵੀ ਆ ਮੇਰੇ ਕੋਲ ਵਸਤੂ ਨਹੀਂ ਹੈ।
ਸਭ ਕੁਛ ਹੈ ਘਰ ਤਿਸਕੈ, ਸਾਰਾ ਕੁਝ ਹੀ ਉਹਦੇ ਘਰ ਦੇ ਵਿੱਚ ਹੈ। ਜੋ ਮਰਜ਼ੀ ਮੰਗ ਲਾ, ਜੋ ਮਰਜ਼ੀ ਲੈ ਲਾ। ਬਲਰਾਮ ਜੀਓ, ਐਸਾ ਜਿਹੜਾ ਰਾਮ ਹੈ ਉਹ ਬਲਿਹਾਰ ਜਾਣਯੋਗ ਹੈ, ਉਸ ਤੋਂ ਕੁਰਬਾਨ ਜਾਣਾ ਕਰੀਏ। ਬਾਬਲ ਮੇਰਾ ਵੱਡ ਸਮਰੱਥਾ। ਸਤਿਗੁਰੂ ਕਹਿਣ ਲੱਗੇ ਬਾਬੁਲ ਤੋਂ ਭਾਵ ਪਿਤਾ, ਉਹ ਜੋ ਪਰਮਾਤਮਾ ਸਾਡਾ ਪਿਤਾ ਹੈ ਨਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉਹ ਜੋ ਮਾਤਾ ਪਿਤਾ ਰੂਪ ਪਰਮਾਤਮਾ ਹੈ, ਵੱਡ ਸਮਰੱਥਾ, ਵੱਡੀ ਤਾਕਤ ਵਾਲਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹ ਕੰਮ ਪਰਮਾਤਮਾ ਨਹੀਂ ਕਰ ਸਕਦਾ, ਇਸ ਤਰ੍ਹਾਂ ਦਾ ਕੰਮ ਕੋਈ ਹੈ ਹੀ ਨਹੀਂ ਹੈ। ਦੁਨੀਆ ਦੇ ਵਿੱਚ ਔਖੇ ਤੋਂ ਔਖਾ, ਭਾਰੇ ਤੋਂ ਭਾਰਾ ਕੰਮ ਉਹ ਵੀ ਇੱਕ ਛਿਣ ਵਿੱਚ ਹੀ ਕਰ ਦਿੱਤਾ ਹੈ, ਕਿਉਂਕਿ ਪਰਮਾਤਮਾ ਸਮਰੱਥ ਹੈ, ਤਾਕਤਵਾਰ ਹੈ। ਜੋ ਚਾਹੇ ਉਹ ਝੱਟ ਹੀ ਉਹ ਕਰ ਦਿੰਦਾ, ਐਸਾ ਉਹ ਸਾਡਾ ਬਾਪ ਹੈ। ਕਰਨ ਕਾਰਨ ਪ੍ਰਭ ਹਾਰਾ। ਜਿੰਨੇ ਦੁਨੀਆ ਦੇ ਕਰਨ ਕਾਰਨ ਕੰਮ ਕਾਜ ਨੇ ਉਹ ਸਾਰਿਆਂ ਨੂੰ ਕਰਨ ਵਾਲਾ ਹੈ, ਕਰਾਉਣ ਵਾਲਾ ਹੈ। ਜੇ ਚਾਹੇ ਤੇ ਆਪ ਵੀ ਕਰ ਸਕਦਾ ਹੈ, ਜੇ ਚਾਹੇ ਤੇ ਕਰਾ ਵੀ ਸਕਦਾ। ਕੀੜਾ ਸਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸਵਾ। ਜਿਹੜੇ ਕੀੜਿਆਂ ਦੇ ਵਾਂਗ ਕਮਜ਼ੋਰ ਨੇ ਨਾ, ਨਿਮਾਣੇ ਨਤਾਣੇ ਵਿਚਾਰੇ, ਜੇ ਪਰਮਾਤਮਾ ਉਹਨਾਂ ਵਿੱਚ ਵੀ ਆਪਣੀ ਤਾਕਤ ਬਖਸ਼ਿਸ਼ ਕਰ ਦੇਵੇ ਤੇ ਉਹ ਵੱਡੀਆਂ ਵੱਡੀਆਂ ਫੌਜਾਂ ਨੂੰ ਗਰਕ ਕਰਕੇ ਆਪ ਸੁਲਤਾਨ ਬਣ ਜਾਂਦੇ। ਐਸੀ ਦਾਤ ਵੀ ਹੈ ਉਹਨਾਂ ਦੇ ਵਿੱਚ, ਸਭ ਕੁਝ ਕਰਨ ਕਰਾਉਣ ਦੇ ਸਮਰੱਥ ਨੇ। ਇੱਕ ਨਿੱਕਾ ਜਿਹਾ ਵਿਅਕਤੀ ਲਲਾ ਬੇਗ ਦੀ ਫੌਜ ਦੇ ਨਾਲ ਲਾਹੌਰ ਤੋਂ ਚੱਲ ਕੇ ਆਇਆ। ਕੰਮ ਕੀ ਹੈ? CID ਲੈਣੀ ਹੈ, ਭੇਦ ਲੈਣਾ ਹੈ। ਲਲਾ ਬੇਗ ਨੇ ਆਪਣੀ ਫੌਜ ਤੋਂ ਪਹਿਲਾਂ ਹੀ ਭੇਜਿਆ, ਜਾ ਗੁਰੂ ਹਰਗੋਬਿੰਦ ਮਹਾਰਾਜ ਦੇ ਕੋਲ। ਮਹਾਰਾਜ ਦੀ ਫੌਜ ਦਾ ਬਰੂਦ ਸਿੱਕੇ ਦਾ, ਹਥਿਆਰਾਂ ਦਾ ਭੇਦ ਲੈ ਕੇ ਆ, ਕਿੱਥੇ ਬੈਠੇ ਮਹਾਰਾਜ। ਤੇ ਜਦੋਂ ਇਹ ਵਿਅਕਤੀ ਸੂਈਆ ਭੇਦ ਲੈਣ ਵਾਲਾ ਆ ਗਿਆ ਨਾ ਮਹਾਰਾਜ ਦੀ ਧਰਤੀ ਤੇ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ, ਸਾਰੀ ਫੌਜ ਦੇ ਵਿੱਚ ਵਿਚਰ ਕੇ ਵੇਖਿਆ ਵੀ ਮਹਾਰਾਜ ਕੋਲ ਇੰਨੇ ਸਿਪਾਹੀ ਨੇ, ਮਹਾਰਾਜ ਕੋਲ ਇੰਨੇ ਘੋੜੇ ਨੇ, ਮਹਾਰਾਜ ਦੇ ਕੋਲ ਇੰਨੇ ਸ਼ਸਤਰ ਨੇ, ਮਹਾਰਾਜ ਦੇ ਕੋਲ ਇੰਨਾ ਅੰਨ ਜਲ ਹੈ। ਸਾਰਾ ਕੁਝ ਭੇਦ ਲੈ ਕੇ ਤੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਆ ਗਿਆ ਵੀ ਵੇਖੀਏ ਤੇ ਸਹੀ ਵੀ ਉਹ ਦਾਤੇ ਕੌਣ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦੇ ਨਾਲ ਮੱਥਾ ਲਾ ਲਿਆ। ਜਦੋਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਨਦਰੋ ਨਦਰੀ ਨਿਹਾਲ ਹੋ ਗਿਆ, ਮਹਾਰਾਜ ਦੇ ਚਰਨਾਂ ਦਾ ਭੌਰਾ ਬਣ ਗਿਆ। ਸਤਿਗੁਰਾਂ ਨੇ ਪੁੱਛਿਆ ਤੂੰ ਕੌਣ ਹੈ? ਸੱਚੋ ਸੱਚ ਦੱਸ ਦਿੱਤਾ ਮਹਾਰਾਜ, ਲਲਾ ਬੇਗ ਨਾਮ ਦਾ ਇੱਕ ਜਰਨੈਲ ਹੈ, 35,000 ਦੀ ਫੌਜ ਤੁਹਾਡੇ ਤੇ ਲੈ ਕੇ ਚੜ੍ਹਿਆ ਆਉਂਦਾ ਹੈ, ਬਾਦਸ਼ਾਹ ਸ਼ਾਹਜਹਾਨ ਦੇ ਹੁਕਮ ਦੇ ਨਾਲ ਲਾਹੌਰੋਂ ਚੜ੍ਹਿਆ ਹੈ। ਮੈਂ ਉਹਦਾ ਇੱਕ ਨਿੱਕਾ ਜਿਹਾ ਸੂਈਆ ਹਾਂ, ਮੈਂ ਤੁਹਾਡਾ ਭੇਦ ਲੈਣ ਵਾਸਤੇ ਆਇਆ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਠੀਕ ਹੈ, ਤੂੰ ਸੱਚ ਬੋਲਿਆ ਹੈ। ਮਹਾਰਾਜ ਖੁਸ਼ ਹੋ ਕੇ ਕਹਿਣ ਲੱਗੇ ਤੈਨੂੰ ਕਾਬਲ ਦਾ ਸੂਬੇਦਾਰ ਬਣਾਵਾਂਗੇ, ਕਾਬਲ ਦਾ ਸੂਬੇਦਾਰ ਤੂੰ ਬਣੇਗਾ। ਤੂੰ ਗੁਰੂ ਘਰ ਦੀ ਮਦਦ ਕੀਤੀ ਹੈ, ਸੇਵਾ ਕੀਤੀ ਹੈ। ਗੁਰਮੁਖੋ ਜੰਗ ਹੋਇਆ, ਜੰਗ ਦੇ ਵਿੱਚ ਲਲਾ ਬੇਗ ਵੀ ਮਾਰਿਆ ਗਿਆ, ਫੌਜ ਮਾਰੀ ਗਈ, ਇਹ ਇਕੱਲਾ ਸੂਈਆ ਹੀ ਬਚਿਆ। ਮਹਾਰਾਜ ਦਾ ਸ਼ਰਧਾਲੂ ਬਣ ਗਿਆ, ਪਿੱਛੇ ਖੜਾ ਰਿਹਾ। ਜਦੋਂ ਸਾਰੇ ਮਰ ਮਰਾ ਗਏ ਤੇ ਮਹਾਰਾਜ ਦੇ ਕੋਲ ਆ ਗਿਆ। ਮਹਾਰਾਜ ਕਹਿਣ ਲੱਗੇ ਜਿੰਨੇ ਕੁ ਸਾਥੀ ਬਚੇ ਨੇ ਇਹਨਾਂ ਨੂੰ ਨਾਲ ਲੈ ਕੇ ਤੇ ਜਾ ਕੇ ਲਾਹੌਰ ਦੇ ਵਿੱਚ ਦੱਸ ਦੇ ਵੀ ਆਹ ਘਟਨਾ ਵਾਪਰੀ ਹੈ। ਇਹ ਸੂਈਆ ਜਦੋਂ ਵਾਪਸ ਗਿਆ ਨਾ, ਬਾਦਸ਼ਾਹ ਨੂੰ ਜਾ ਕੇ ਦੱਸਿਆ ਵੀ ਬਾਦਸ਼ਾਹ ਸਲਾਮਤ ਵੀ ਮਰ ਗਏ ਸਾਰੇ ਸਿਪਾਹੀ ਤੇ ਨਾਲ ਸੈਨਾਪਤੀ ਵੀ ਮਰ ਗਏ, ਔਰ ਇਹ ਵੀ ਦੱਸਿਆ ਵੀ ਤੇਰੇ ਸੈਨਾਪਤੀ ਦੀ ਗਲਤੀ ਹੈ। ਰਾਤ ਨੂੰ ਠੰਡੀ ਰਾਤ ਦੇ ਵਿੱਚ ਭੁੱਖੇ ਸਿਪਾਹੀਆਂ ਨੂੰ ਔਰ ਠਰੇ ਹੋਏ ਸਿਪਾਹੀਆਂ ਨੂੰ ਤੇਰੇ ਜਰਨੈਲ ਨੇ ਜੰਗ ਲੜਨ ਦਾ ਹੁਕਮ ਦਿੱਤਾ ਹੈ। ਤੇਰੇ ਸਿਪਾਹੀ ਜੰਗ ਵਿੱਚ ਲੜ ਹੀ ਨਹੀਂ ਸਕੇ, ਉਹ ਠੰਡ ਦੇ ਨਾਲ ਤੇ ਭੁੱਖ ਦੇ ਨਾਲ ਆਪਣੀ ਮੌਤ ਤੇ ਆਪ ਉਹ ਮਰ ਗਏ। ਇਹ ਗੱਲ ਸੁਣ ਕੇ ਬਾਦਸ਼ਾਹ ਸ਼ਾਹਜਹਾਨ ਬੜਾ ਦੁਖੀ ਹੋਇਆ ਔਰ ਬੜਾ ਗੁੱਸੇ ਹੋਇਆ ਆਪਣੇ ਮਰੇ ਹੋਏ ਜਰਨੈਲ ਵੱਲ ਵੀ ਇਹ ਮੇਰਾ ਕਾਬਲ ਦਾ ਐਡਾ ਵੱਡਾ ਸੂਬੇਦਾਰ, ਇਹਨੇ ਇਹ ਕੀ ਕਰਿਆ ਹੈ।
ਜਦੋਂ ਸਾਰੀ ਗੱਲਬਾਤ ਸੁਣੀ ਤੇ ਹੁਣ ਸੋਚਿਆ ਵੀ ਹੁਣ ਕਾਬਲ ਦਾ ਸੂਬੇਦਾਰ ਕਿਹਨੂੰ ਲਾਈਏ, ਸੂਬੇਦਾਰ ਤੇ ਮਰ ਗਿਆ। ਜਿਵੇਂ ਲਾਹੌਰ ਦਾ ਸੂਬੇਦਾਰ ਹੈ ਨਾ ਵਜ਼ੀਰ ਖਾਨ, ਬੜੀ ਵੱਡੀ ਤਾਕਤ ਹੈ, ਅੱਜ ਆਪਾਂ ਕਹਿ ਲਈਏ ਵੀ ਮੁੱਖ ਮੰਤਰੀ ਹੈ। ਉਸ ਵੇਲੇ ਬਾਦਸ਼ਾਹ ਨੇ ਆਖਿਆ, ਉਸ ਸੂਈਏ ਨੂੰ ਕਹਿਣ ਲੱਗੇ ਚੱਲ ਤੈਨੂੰ ਕਾਬਲ ਦਾ ਸੂਬੇਦਾਰ ਨਿਯੁਕਤ ਕੀਤਾ। ਸੂਬੇਦਾਰ ਬਣ ਕੇ ਰਾਜਾ ਬਣ ਗਿਆ, ਮੰਤਰੀ ਬਣ ਗਿਆ, ਰਾਜ ਕਰਦਾ ਪਿਆ। ਮਹਾਰਾਜ ਕਹਿਣ ਲੱਗੇ ਕਰਨ ਕਾਰਨ ਪ੍ਰਭ ਹਾਰਾ, ਸਤਿਗੁਰੂ ਐਸੇ ਨੇ ਜੋ ਸਭ ਕੁਝ ਕਰਨ ਕਰਾਉਣ ਦੀ ਸਮਰੱਥਾ ਰੱਖਦੇ ਨੇ। ਚਾਹੁਣ ਇੱਕ ਛੋਟੇ ਜਿਹੇ ਸਿਪਾਹੀ ਨੂੰ ਵਜ਼ੀਰ ਲਾ ਸਕਦੇ, ਸੂਬੇਦਾਰ ਲਾ ਸਕਦੇ। ਐਸੀ ਸਮਰੱਥਾ ਹੈ ਸਤਿਗੁਰਾਂ ਦੇ ਵਿੱਚ ਕਿ ਸਾਰੇ ਕਾਰਨਾਂ ਨੂੰ ਕਰਨ ਦੇ ਸਮਰੱਥ ਨੇ। ਜੋ ਚਾਹੁਣ ਉਹ ਦਾਤਾਂ, ਉਹ ਬਖਸ਼ਿਸ਼ਾਂ ਦੇ ਦਿੰਦੇ। ਇੱਕ ਆਮ ਨਿੱਕੇ ਜਿਹੇ ਸਿਪਾਹੀ ਨੂੰ ਮਹਾਰਾਜ ਨੇ ਸੂਬੇਦਾਰ ਉਸ ਵੇਲੇ ਕਾਬੁਲ ਦਾ ਬਚਨਾਂ ਦੇ ਨਾਲ ਹੀ ਇਹ ਬਖਸ਼ਿਸ਼ ਕਰਕੇ ਨਿਹਾਲ ਕਰ ਦਿੱਤਾ। ਫਿਰ ਬਖਸ਼ਿਸ਼ ਕਰਦੇ ਹਨ, ਬਾਬਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭ ਹਾਰਾ। ਗੁਰਮੁਖੋ ਕਾਰਨ ਨਾਮ ਸੰਸਾਰ ਦਾ ਹੈ। ਇਹ ਜਿਹੜਾ ਸੰਸਾਰ ਹੈ ਨਾ, ਇਹਨੂੰ ਕਾਰਨ ਕਹਿੰਦੇ। ਕਹਿਣ ਲੱਗੇ ਸੰਸਾਰ ਜਿਹੜਾ ਕਾਰਨ ਹੈ, ਇਹਨੂੰ ਕਰਨ ਵਾਲਾ ਵੀ ਪ੍ਰਮਾਤਮਾ ਹੈ, ਦੁਨੀਆ ਬਣਾਉਣ ਵਾਲਾ ਵੀ ਉਹੀ ਹੈ। ਦੁਨੀਆ ਉਹਨੇ ਬਣਾਈ ਹੈ, ਵਿਅਕਤੀ ਉਹਨੇ ਬਣਾਏ ਨੇ। ਇਹ ਜੋ ਵੀ ਜੀਵ ਜੰਤੂ ਹੈ, ਸਭ ਕੁਝ ਉਹ ਪ੍ਰਮਾਤਮਾ ਆਪ ਬਣਾਉਣ ਵਾਲਾ ਹੈ। ਜੇ ਸਿਮਰਤ ਦੁੱਖ ਕੋਈ ਨਾ ਲਾਗਾ, ਉਸ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਕਦੇ ਕੋਈ ਦੁੱਖ ਨਹੀਂ ਲੱਗਦਾ ਹੈ, ਸਗੋਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਜੇ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਜਿਸ ਪ੍ਰਮਾਤਮਾ ਦਾ ਸਿਮਰਨ ਕਰਕੇ ਸਭ ਕਿਲ ਵਿਖ ਨਾਸੈ, ਸਾਰੇ ਬੱਜਰ ਪਾਪ ਕੀਤੇ ਹੋਏ ਗੁਨਾਹ ਮਾਫ ਹੋ ਜਾਂਦੇ, ਐਸਾ ਸਿਮਰਨ ਹੈ। ਜੇ ਸਿਮਰਤ ਸਭ ਕਿਲ ਵਿਖ ਨਾਸੈ, ਕਿਲ ਵਿਖ ਕਹਿੰਦੇ ਬੱਜਰ ਪਾਪ, ਵੱਡੇ ਗੁਨਾਹ ਉਹ ਵੀ ਮਾਫ ਹੋ ਜਾਂਦੇ। ਤੇ ਪਿਤਰੀ ਹੋਏ ਉਧਾਰੋ, ਜਿਹੜੇ ਪਿੱਤਰ ਵੱਡੇ ਵਡੇਰੇ ਮਰ ਕੇ ਚਲੇ ਗਏ ਇਸ ਦੁਨੀਆ ਤੋਂ, ਕੋਈ ਆਖਦਾ ਸਵਰਗਾਂ ਵਿੱਚ ਬੈਠੇ, ਕੋਈ ਆਖਦਾ ਨਰਕਾਂ ਵਿੱਚ ਚਲੇ ਗਏ, ਪਰ ਉਹਨਾਂ ਦੇ ਕਿਸੇ ਪੁੱਤ ਪੋਤਰੇ ਨੇ ਵੀ ਜੇ ਇਸ ਧਰਤੀ ਤੇ ਸਿਮਰਨ ਕਰ ਲਿਆ ਨਾ, ਉਹ ਨਰਕਾਂ ਵਿੱਚੋਂ ਵੀ ਕੱਢੇ ਜਾਣਗੇ, ਸਵਰਗਾਂ ਵਿੱਚੋਂ ਵੀ ਕੱਢੇ ਜਾਣਗੇ, ਸੱਚਖੰਡ ਦੀ ਪ੍ਰਾਪਤੀ ਵਾਲੇ ਬਣ ਜਾਣਗੇ। ਵਾਹ, ਐਸਾ ਨਾਮ ਹੈ। ਜਿਹੜੇ ਚਲੇ ਗਏ ਨੇ ਉਹਨਾਂ ਨੂੰ ਵੀ ਮੁਕਤੀ ਦੇਣ ਵਾਲਾ ਹੈ। ਜੇ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਪਿਤਰਾਂ ਦਾ ਚਲੇ ਗਏ ਜਿਹੜੇ, ਉਹਨਾਂ ਦਾ ਵੀ ਉਧਾਰ ਹੋ ਜਾਂਦਾ, ਮੁਕਤੀ ਹੋ ਜਾਂਦੀ ਹੈ। ਸੋ ਹਰ ਹਰ ਤੁਮ ਸਦ ਹੀ ਜਾਪੋ, ਉਸ ਪ੍ਰਮਾਤਮਾ ਦੇ ਨਾਮ ਨੂੰ ਸਦਾ ਜਪਿਆ ਕਰ, ਜਿਹਦਾ ਪਾਰਾਵਾਰ ਨਹੀਂ ਹੈ, ਕਿਉਂਕਿ ਉਹ ਦੁਨੀਆ ਬਣਾਉਣ ਵਾਲਾ ਹੈ। ਜੇ ਸਿਮਰਤ ਦੁੱਖ ਕੋਈ ਨਾ ਲਾਗੈ, ਜਿਹਨੂੰ ਸਿਮਰਨ ਕਰਦਿਆਂ ਕੋਈ ਦੁੱਖ ਨਹੀਂ ਲੱਗਦਾ, ਸਗੋਂ ਸੁੱਖਾਂ ਦੀ ਪ੍ਰਾਪਤੀ ਹੈ। ਭਉ ਜਲ ਪਾਰ ਉਤਾਰਾ, ਇਹ ਸੰਸਾਰ ਤੋਂ ਪਾਰ ਹੋ ਜਾਈਦਾ। ਇਹ ਜਿਹੜਾ ਭਵਜਲ ਸੰਸਾਰ ਹੈ, ਇਹਨੂੰ ਤਰਨਾ ਤੇ ਬੜਾ ਔਖਾ ਹੈ, ਪਰ ਗੁਰੂ ਕਿਰਪਾ ਕਰੇ ਤੇ ਗੁਰਮੁਖ ਝਟ ਇਸ ਨੂੰ ਪਾਰ ਕਰ ਜਾਂਦੇ ਹਨ। ਆਦ ਜੁਗਾਦ ਭਗਤਨ ਕਾ ਰਾਖਾ, ਪਰਮਾਤਮਾ ਆਦ ਕਹੀਏ ਪਹਿਲਾਂ ਸਮੇਂ ਦੇ ਵਿੱਚ, ਤੇ ਜੁਗਾਦ ਕਹੀਏ ਯੁੱਗਾਂ ਦੇ ਵਿੱਚ, ਭਾਵੇਂ ਸਤਿਯੁਗ ਹੋਵੇ, ਭਾਵੇਂ ਤ੍ਰੇਤਾ ਯੁੱਗ ਹੋਵੇ, ਭਾਵੇਂ ਦੁਆਪਰ ਤੇ ਭਾਵੇਂ ਕਲਯੁੱਗ ਹੋਵੇ, ਇਹਨਾਂ ਯੁੱਗਾਂ ਦੇ ਵਿੱਚ ਵੀ ਉਹ ਪ੍ਰਮਾਤਮਾ ਆਪਣੇ ਭਗਤਾਂ ਦੀ ਰਾਖੀ ਕਰਦਾ ਆਇਆ ਹੈ। ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜ। ਯੁੱਗ ਨਾਮ ਗੁਰਮੁਖੋ ਦੋ ਦਾ ਹੈ। ਮਹਾਰਾਜ ਨੇ ਦੋ ਵਾਰੀ ਲਿਖਿਆ ਯੁੱਗ ਯੁੱਗ, ਦੋ ਤੇ ਦੋ ਚਾਰ, ਇਹ ਚਾਰ ਯੁੱਗ ਨੇ। ਚੌਵਾਂ ਯੁੱਗਾਂ ਵਿੱਚ ਆਪਣੇ ਭਗਤਾਂ ਦੀ ਰਾਖੀ ਕਰਦਾ, ਇੱਜ਼ਤ ਰੱਖਦਾ ਹੈ। ਉਸਤਤ ਕਰ ਕਰ ਜੀਵਾ, ਮੈਂ ਉਹਦੀ ਵਡਿਆਈ ਕਰਦਾ ਹਾਂ ਤਾਂ ਮੇਰਾ ਜਿਉਣਾ ਹੁੰਦਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਮੈਂ ਉਹਦੀ ਉਸਤਤ ਕਰਦਾ ਤੇ ਮੈਂ ਆਤਮਿਕ ਜੀਵਨ ਜਿਉਂਦਾ ਹਾਂ। ਮੈਂ ਉਹਦੀ ਉਸਤਤੀ ਤੋਂ ਬਿਨਾ, ਉਹਦੀ ਵਡਿਆਈ ਬਿਨਾ ਰਹਿ ਨਹੀਂ ਸਕਦਾ ਹਾਂ। ਨਾਨਕ ਨਾਮ ਮਹਾਰਸ ਮੀਠਾ, ਗੁਰੂ ਬਖਸ਼ਿਸ਼ ਕਰਦੇ। ਜਿਹੜਾ ਨਾਮ ਹੈ ਉਹ ਵੱਡਾ ਭਾਰੀ ਮਹਾਰਸ ਹੈ, ਵੱਡਾ ਮਿੱਠਾ ਹੈ ਨਾਮ। ਜਿਨ੍ਹਾਂ ਨੇ ਜਪਿਆ ਹੈ ਉਹ ਆਖਦੇ ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ
ਤੁਧ ਦੁਨੀਆ ਦੇ ਪਦਾਰਥ ਮਿੱਠੇ ਤੇ ਬਥੇਰੇ ਹੋ ਸਕਦੇ, ਪਰ ਪਰਮਾਤਮਾ ਤੇਰੇ ਨਾਮ ਦੇ ਬਰਾਬਰ ਕੁਝ ਨਹੀਂ ਹੈ। ਐਸਾ ਤੇਰਾ ਨਾਮ ਮਹਾਰਸ ਹੈ। ਅੰਦਨ ਮਨ ਤਨ ਪੀਵਾ। ਗੁਰਮੁਖ ਜਿਹੜੇ ਨੇ ਦਿਨੇ ਰਾਤ ਮਨ ਕਰਕੇ ਤਨ ਕਰਕੇ ਉਹਦੇ ਨਾਮ ਅੰਮ੍ਰਿਤ ਨੂੰ ਛਕਦੇ ਰਹਿੰਦੇ। ਗੁਰਮੁਖੋ ਆਪਾਂ ਕੰਨਾਂ ਵਿੱਚ ਬਚਨ ਸੁਣਦੇ ਪਏ ਨਾ ਗੁਰੂ ਕੀ ਬਾਣੀ ਦੇ, ਇਹ ਕੰਨਾਂ ਦੇ ਵਿੱਚ ਅਸੀਂ ਅੰਮ੍ਰਿਤ ਪੀਂਦੇ ਪਏ ਹਾਂ, ਜੋ ਕੰਨਾਂ ਦੇ ਨਾਲ ਆਪਣੇ ਅੰਦਰ ਬਚਨ ਸੁਣ ਕੇ ਲੈ ਕੇ ਜਾ ਰਹੇ ਹਾਂ। ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਕੀਤੇ, ਇਹ ਨੇਤਰਾਂ ਦਾ ਅੰਮ੍ਰਿਤ ਹੈ। ਜ਼ੁਬਾਨ ਦੇ ਨਾਲ ਵਾਹਿਗੁਰੂ ਆਖਿਆ ਹੈ, ਇਹ ਜ਼ੁਬਾਨ ਦਾ ਅੰਮ੍ਰਿਤ ਹੈ। ਗੁਰਮੁਖ ਜਿਹੜੇ ਨੇ ਇਸ ਤਰ੍ਹਾਂ ਮਨ ਤਨ ਕਰਕੇ ਸਰੀਰ ਦੇ ਇੰਦਰੀਆਂ ਕਰਕੇ ਉਹਦੇ ਨਾਮ ਨੂੰ ਦਿਨੇ ਰਾਤ ਪੀਂਦੇ ਹਨ। ਹਰ ਆਪੇ ਲੈ ਮਿਲਾਏ ਕਿਉਂ ਵਿਛੋੜਾ, ਥੀਵਈ ਬਲਰਾਮ ਜੀਓ। ਸਤਿਗੁਰੂ ਕਹਿਣ ਲੱਗੇ ਜਿਹੜਾ ਬਲਿਹਾਰ ਜਾਣਯੋਗ ਪ੍ਰਮਾਤਮਾ ਹੈ, ਜਿਹਨੂੰ ਆਪ ਹੀ ਆਪਣੇ ਨਾਲ ਮਿਲਾ ਲਵੇ। ਇਹ ਤੇ ਹੁਣ ਮਹਾਰਾਜ ਦੀ ਮੌਜ ਹੈ ਨਾ, ਜਿਹਨੂੰ ਮਰਜ਼ੀ ਆਪਣੇ ਨਾਲ ਮਿਲਾ ਸਕਦੇ। ਪਰ ਕਿਉਂ ਵਿਛੋੜਾ ਥੀਵਈ, ਜਿਹਨੂੰ ਆਪਣੇ ਨਾਲ ਮਿਲਾ ਲਿਆ ਫਿਰ ਉਹਦਾ ਕਦੇ ਵਿਛੋੜਾ ਨਹੀਂ ਹੁੰਦਾ ਹੈ, ਉਹ ਫਿਰ ਕਦੇ ਵਿਛੜਦਾ ਨਹੀਂ ਹੈ। ਜਨਮ ਜਨਮ ਕਾ ਵਿਛੜਿਆ ਮਿਲ ਹੈ। ਸਤਿਗੁਰੂ ਜਨਮਾਂ ਜਨਮਾਂ ਦੇ ਵਿਛੜੇ ਨੂੰ ਮੇਲ ਲੈਂਦੇ। ਜਿਹੜਾ ਇੱਕ ਵਾਰੀ ਮੇਲ ਲਿਆ ਫਿਰ ਕਦੇ ਵਿਛੜਦਾ ਨਹੀਂ, ਫਿਰ ਕਦੇ ਦੂਰ ਨਹੀਂ ਹੁੰਦਾ ਹੈ। ਹਰਿ ਆਪੇ ਲਏ ਮਿਲਾਏ, ਹਰੀ ਪ੍ਰਮਾਤਮਾ ਆਪ ਹੀ ਆਪਣੇ ਵਿੱਚ ਜਿਸ ਨੂੰ ਮਿਲਾ ਲਵੇ। ਕਿਉਂ ਵਿਛੋੜਾ ਥੀਵਈ, ਫਿਰ ਉਹਦਾ ਵਿਛੋੜਾ ਕਿਉਂ ਤੇ ਕਿਵੇਂ ਹੋਵੇਗਾ, ਨਹੀਂ ਹੁੰਦਾ ਹੈ। ਕਿਉਂ ਵਿਛੋੜਾ ਥੀਵਈ ਬਲਰਾਮ ਜੀਓ, ਜਿਸਨੋਂ ਤੇਰੀ ਟੇਕ ਸੋ ਸਦਾ ਸਾਜੀਵਈ ਬਲਰਾਮ ਜੀਓ। ਜਿਸਨੂੰ ਤੇਰੀ ਟੇਕ ਹੈ, ਟੇਕ ਨਾਮ ਆਸਰੇ ਦਾ ਹੈ। ਜਿਹਨੂੰ ਤੇਰਾ ਆਸਰਾ ਹੈ ਉਹ ਸਦਾ ਸਦਾ ਵਾਸਤੇ ਆਤਮਿਕ ਜੀਵਨ ਜਿਉਂਦਾ ਹੈ। ਆਪਾਂ ਬਚਨ ਪੜ੍ਹਦੇ ਆ ਨਾ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਦਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਕਿਉਂਕਿ ਸਰੀਰ ਦੇ ਮਰ ਜਾਣ ਨੂੰ ਮੌਤ ਨਹੀਂ ਗਿਣਿਆ ਹੈ। ਜਿਹੜਾ ਆਤਮਿਕ ਜੀਵਨ ਮਰ ਜਾਂਦਾ ਹੈ ਉਹਨੂੰ ਮਰਿਆ ਗਿਣਿਆ ਹੈ। ਪਰ ਬ੍ਰਹਮ ਗਿਆਨੀ ਆਤਮਿਕ ਜੀਵਨ ਜਿਉਂਦਾ ਹੈ, ਉਹ ਤੇ ਅਟਲ ਹੋ ਜਾਂਦਾ, ਅਮਰ ਹੋ ਜਾਂਦਾ, ਪਰਮਾਤਮਾ ਦੇ ਵਿੱਚ ਲਿਵਲੀਨ ਹੋ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ ਬਚਨ ਇਹ ਹੈ, ਜਿਸਨੂੰ ਤੇਰੀ ਟੇਕ, ਜਿਹਨੂੰ ਤੇਰਾ ਆਸਰਾ ਹੈ, ਸਦਾ ਸਦ ਜੀਵਈ, ਉਹ ਸਦਾ ਸਦਾ ਵਾਸਤੇ ਜਿਉਂਦਾ ਅਮਰ ਹੋ ਜਾਂਦਾ ਹੈ। ਬਲਰਾਮ ਜੀਓ ਪ੍ਰਮਾਤਮਾ ਰਾਮ ਜੋ ਹੈ ਬਲਿਹਾਰ ਜਾਣਯੋਗ ਹੈ। ਤੇਰੀ ਟੇਕ ਤੁਝੈ ਤੈ ਪਾਈ। ਮਹਾਰਾਜ ਨੂੰ ਪੁੱਛਿਆ ਵੀ ਪ੍ਰਮਾਤਮਾ ਦਾ ਆਸਰਾ, ਪ੍ਰਮਾਤਮਾ ਦੀ ਟੇਕ ਮਿਲਦੀ ਕਿੱਥੋਂ ਹੈ। ਹੁਣੇ ਬਚਨ ਆਪਾਂ ਸਰਵਣ ਕੀਤਾ ਨਾ ਵੀ ਜਿਹਨੂੰ ਤੇਰੀ ਟੇਕ ਉਹ ਸਦਾ ਜਿਉਂਦਾ ਹੈ, ਫਿਰ ਉਹ ਟੇਕ ਆਪਾਂ ਵੀ ਤੇ ਲਵਾਂਗੇ ਨਾ, ਆਸਰਾ ਆਪਾਂ ਵੀ ਤੇ ਲਵਾਂਗੇ ਨਾ। ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਉਹ ਆਸਰਾ ਉਹ ਟੇਕ ਮਿਲਦੀ ਕਿੱਥੋਂ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੀ ਟੇਕ ਤੁਝੈ ਤੇ ਪਾਈ। ਤੇਰਾ ਆਸਰਾ ਮਿਲਦਾ ਵੀ ਤੇਰੇ ਕੋਲੋਂ ਹੀ ਹੈ, ਤੂੰ ਕਿਰਪਾ ਕਰੇ ਤੇ ਤਾਂ ਉਹ ਆਸਰਾ ਮਿਲਦਾ ਹੈ। ਜਿਹਦੀ ਮਦਦ ਤੂੰ ਕਰਨੀ ਚਾਹਵੇਂ ਮਦਦ ਵੀ ਉਸੇ ਨੂੰ ਹੀ ਮਿਲਦੀ ਹੈ। ਤੇਰਾ ਆਸਰਾ ਤੂੰ ਆਪ ਕਿਰਪਾ ਕਰੇ ਤਾਂ ਮਿਲਦਾ ਹੈ। ਭਾਈ ਸਤਿਗੁਰੂ ਮਹਾਰਾਜ ਜੀਆਂ ਦੇ ਇਤਿਹਾਸ ਵਿੱਚ ਬਚਨ ਆਉਂਦਾ ਨਾ, ਕਾਲੇ ਖਾਂ ਨੇ ਆਖਿਆ ਮਹਾਰਾਜ ਸਾਨੂੰ ਪਿੰਡ ਵਿੱਚ ਰਹਿਣ ਕੋਈ ਨਹੀਂ ਦਿੰਦਾ। ਸਾਖੀ ਬੜੀ ਲੰਮੀ ਹੈ, ਜਿੱਥੇ ਬੈਠਦੇ ਲੋਕ ਉੱਥੋਂ ਕੱਢ ਦਿੰਦੇ। ਸਤਿਗੁਰੂ ਕਹਿਣ ਲੱਗੇ ਭਾਈ ਕਾਲਿਆ ਆਪਣੇ ਪਰਿਵਾਰ ਵਿਹਾਰ ਜਿੰਨਾ ਵੀ ਤੇਰੀ ਵਹੀਰ ਹੈ ਨਾ, ਜਿੰਨੇ ਵੀ ਤੇਰੇ ਲੋਕ ਨੇ, ਇਕੱਠੇ ਹੋ ਕੇ ਲਹਿੰਦੇ ਨੂੰ ਚੱਲ ਪਾਓ। ਜਿੱਥੇ ਸੂਰਜ ਛਿਪ ਜਾਏ ਉੱਥੇ ਮੂੜੀ ਗੱਡ ਦਿਓ, ਉੱਥੇ ਪਿੰਡ ਵਸਾ ਲਿਓ। ਚੱਲ ਪੈ ਗੱਡਿਆਂ ਤੇ ਚੜ੍ਹ ਕੇ, ਸ਼ਾਮ ਪੈ ਗਈ, ਜਿੱਥੇ ਸੂਰਜ ਛਿਪਿਆ ਉੱਥੇ ਮੂੜੀ ਗੱਡ ਦਿੱਤੀ। ਇਹ ਇਲਾਕਾ, ਇਹ ਜਿਹੜੀ ਧਰਤੀ ਹੈ ਉੱਥੋਂ ਦੇ ਵੱਡੇ ਸਰਦਾਰ ਦੀ ਹੈ, ਜਿਹੜਾ ਬੜਾ ਬਲ ਵਾਲਾ ਹੈ। ਨਾਮ ਹੈ ਜੈਤ ਪੁਰਾਣਾ। ਪਹਿਲਾਂ ਤੇ ਇਹਨੇ ਸੁਨੇਹਾ ਭੇਜਿਆ ਵੀ ਜਾਓ ਉੱਠ ਜਾਓ ਮੇਰੀ ਜ਼ਮੀਨ ਵਿੱਚੋਂ। ਗੁਰੂ ਦਾ ਹੁਕਮ ਸੀ, ਉੱਠੇ ਨਾ। ਮਹਾਰਾਜ ਦੇ ਕੋਲ ਆ ਗਿਆ ਸਤਿਗੁਰੂ, ਹੁਕਮ ਆ ਗਿਆ ਵੱਡੇ ਜਗੀਰਦਾਰ ਦਾ, ਮੇਰੀ ਜ਼ਮੀਨ ਵਿੱਚੋਂ ਉੱਠ ਜਾਓ। ਸਤਿਗੁਰੂ ਕਹਿਣ ਲੱਗੇ ਨਹੀਂ ਉੱਠਣਾ ਨਹੀਂ ਹੈ। ਫਿਰ ਉਹ ਜਿਹੜਾ ਵੱਡਾ ਜਗੀਰਦਾਰ ਸੀ ਨਾ ਜੈਤ ਪੁਰਾਣਾ, ਆਪਣੀ ਫੌਜ ਕਬੀਲਾ ਸ਼ਰੀਕਾ ਭਾਈਚਾਰਾ ਲੈ ਕੇ ਆ ਗਿਆ। ਮੈਂ ਤੁਹਾਡੇ ਤੇ ਹਮਲਾ ਕਰਾਂਗਾ। ਜਦੋਂ ਹਮਲਾ ਕਰਨ ਵਾਸਤੇ ਆਇਆ ਕਾਲੇ ਖਾਨ ਫਿਰ ਮਹਾਰਾਜ ਕੋਲ ਆਇਆ। ਮਹਾਰਾਜ ਹਮਲਾ ਕਰਨ ਆ ਗਿਆ।
ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਤਕੜੇ ਹੋ ਕੇ ਜੰਗ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। ਇਤਿਹਾਸ ਵਿੱਚ ਲਿਖਿਆ ਵੀ ਜੈਤ ਪੁਰਾਣਾ ਬੜਾ ਵੱਡਾ ਸਰੀਰ ਦਾ ਤਾਕਤਵਰ ਵਿਅਕਤੀ ਹੈ। ਇਲਾਕੇ ਦੇ ਵਿੱਚ ਉਹਦੀ ਧੁੰਮ ਪਈ ਹੋਈ ਹੈ ਵੀ ਉਹਦੇ ਵਰਗਾ ਤਾਕਤ ਵਾਲਾ ਇਲਾਕੇ ਵਿੱਚ ਕੋਈ ਨਹੀਂ, ਐਡਾ ਤਗੜਾ ਸੂਰਮਾ ਹੈ। ਜਦੋਂ ਮਹਾਰਾਜ ਨੇ ਆਖਿਆ ਨਾ ਜੰਗ ਕਰੋ, ਤਗੜੇ ਹੋ ਗਏ, ਅਸੀਂ ਤੁਹਾਡੇ ਨਾਲ ਹਾਂ, ਤੇ ਜੰਗ ਹੋਇਆ। ਉਸ ਜੈਤ ਪੁਰਾਣੇ ਨੇ ਬਰਸ਼ੀ ਮਾਰੀ ਤੇ ਕਾਲੇ ਖਾਨ ਦਾ ਇੱਕ ਦੰਦ ਟੁੱਟ ਗਿਆ ਜੰਗ ਦੇ ਵਿੱਚ ਲੜਦਿਆਂ ਹੋਇਆ। ਤੇ ਕਾਲੇ ਖਾਨ ਨੇ ਤਲਵਾਰ ਦਾ ਵਾਰ ਕੀਤਾ ਤੇ ਜੈਤ ਪੁਰਾਣਾ ਮਰ ਗਿਆ ਜੰਗ ਦੇ ਵਿੱਚ। ਕਾਲੇ ਖਾਨ ਬੜਾ ਖੁਸ਼ ਹੋਇਆ। ਲੋਕ ਆਖਦੇ ਸੀ ਇਹ ਤੇ ਬੜਾ ਬਹਾਦਰ ਹੈ, ਬੜਾ ਤਕੜਾ ਹੈ, ਬੜਾ ਵੱਡਾ ਸੂਰਮਾ ਹੈ, ਮੇਰਾ ਤੇ ਕੁਝ ਵਿਗਾੜ ਹੀ ਨਹੀਂ ਸਕਿਆ, ਇੱਕ ਮਾੜਾ ਜਿਹਾ ਦੰਦ ਹੀ ਲਿਆ, ਐਡੇ ਵੱਡੇ ਸੂਰਮੇ ਨੂੰ ਮੈਂ ਮਾਰ ਦਿੱਤਾ ਹੈ। ਬੜਾ ਖੁਸ਼ੀ ਖੁਸ਼ੀ ਚਾਈ ਚਾਈ ਆਇਆ ਮਹਾਰਾਜ ਦੇ ਕੋਲ ਦੱਸਣ ਵਾਸਤੇ, ਮਹਾਰਾਜ ਮੈਂ ਉਹ ਫਲਾਣੇ ਜੈਤ ਪੁਰਾਣੇ ਨੂੰ ਮਾਰ ਆਇਆ। ਮਹਾਰਾਜ ਸੁਣਿਆ ਸੀ ਉਹ ਬੜੀ ਤਾਕਤ ਵਾਲਾ ਹੈ, ਪਰ ਮੇਰੇ ਸਾਹਮਣੇ ਤੇ ਟਿਕਿਆ ਕੋਈ ਨਹੀਂ, ਮੈਂ ਤੇ ਝੱਟ ਹੀ ਮਾਰ ਲਿਆ, ਸੌਖਾ ਹੀ ਮਾਰ ਲਿਆ। ਮਹਾਰਾਜ ਹੱਸ ਪੈ ਸੁਣ ਕੇ ਬਚਨ, ਕਹਿਣ ਲੱਗੇ ਨਹੀਂ ਉਹ ਕਾਲਿਆ, ਉਹ ਵਾਕਿਆ ਹੀ ਤਾਕਤ ਵਾਲਾ ਸੀ। ਮਹਾਰਾਜ ਤਾਕਤ ਵਾਲਾ, ਮੈਨੂੰ ਕੋਈ ਤਾਕਤ ਲੱਗੀ ਨਹੀਂ ਉਹਦੇ 'ਚ ਖਾਸ। ਸਤਿਗੁਰੂ ਕਹਿਣ ਲੱਗੇ ਅਸੀਂ 4 ਵੀਰ ਭੇਜੇ ਸਨ ਉਹਦੀ ਤਾਕਤ ਰੋਕਣ ਵਾਸਤੇ, 2 ਵੀਰ ਲੱਤਾਂ ਨੂੰ ਤੇ 2 ਵੀਰ ਜਿਹੜੇ ਸਨ ਡੋਲੇ ਉਹਦੇ ਫੜੀ ਬੈਠੇ ਸਨ ਵੀ ਇਹਦੀ ਤਾਕਤ ਨਾ ਚੱਲੇ, ਜ਼ੋਰ ਨਾ ਚੱਲੇ। ਪਰ ਫਿਰ ਵੀ ਇੰਨੇ ਜ਼ੋਰ ਵਾਲਾ ਹੈ, ਉਹਨੇ ਜ਼ੋਰ ਦੀ ਤੇਰੇ ਬਰਸੀ ਮਾਰੀ ਤੇ ਅਸੀਂ ਲੋਹੇ ਦੀ ਆਰਨ ਉਹਦੇ ਅੱਗੇ ਕੀਤੀ, ਆਪਣੇ ਹੱਥ ਵਿੱਚ ਲੋਹੇ ਦੀ ਆਰਨ ਫੜ ਕੇ ਉਹਦੀ ਬਰਸੀ ਦੇ ਅੱਗੇ ਕਰਕੇ ਉਹਦੀ ਬਰਸ਼ੀ ਨੂੰ ਰੋਕਿਆ ਤਾਂ ਕਿ ਤੈਨੂੰ ਵੱਜ ਨਾ ਜਾਵੇ। ਤੇ ਜਦੋਂ ਜ਼ੋਰ ਦੀ ਉਹਨੇ ਬਰਸ਼ੀ ਮਾਰੀ, ਉਹ ਆਰਨ ਦੇ ਵਿੱਚੋਂ ਬਰਸ਼ੀ ਆ ਕੇ ਸਾਡੀ ਤਲੀ ਵਿੱਚ ਵੱਜੀ। ਆਹ ਵੇਖ ਸਾਡੀ ਤਲੀ ਵਿੱਚ ਜ਼ਖਮ ਦਾ ਨਿਸ਼ਾਨ, ਉਹ ਸਾਡੀ ਤਲੀ 'ਚ ਆ ਕੇ ਵੱਜੀ ਹੈ। ਜਦੋਂ ਸਾਨੂੰ ਬਰਸ਼ੀ ਵੱਜੀ, ਅਸੀਂ ਹੱਥ ਆਪਣਾ ਪਿੱਛੇ ਨੂੰ ਹਟਾਇਆ, ਸਾਡਾ ਹੱਥ ਪਿੱਛੇ ਨੂੰ ਹਟਣ ਦੇ ਨਾਲ ਹੱਥ ਤੇਰੇ ਵੱਜਾ ਤੇ ਦੰਦ ਤੇਰਾ ਤਾਂ ਟੁੱਟਿਆ। ਇੰਨੇ ਚਿਰ ਨੂੰ ਤੇਰੇ ਕੋਲੋਂ ਤਲਵਾਰ ਦਾ ਅਸੀਂ ਵਾਰ ਕਰਾਇਆ ਤੇ ਉਹ ਜੈਤ ਪੁਰਾਣਾ ਮਾਰਿਆ ਗਿਆ। ਇਸ ਤਰ੍ਹਾਂ ਮਰਿਆ ਹੈ, ਤੂੰ ਮਤਾ ਸਮਝ ਵੀ ਉਹਦੇ ਵਿੱਚ ਤਾਕਤ ਘੱਟ ਹੈ। ਸਾਡੇ 4 ਵੀਰ ਫੜ ਕੇ ਉਸ ਨੂੰ ਖੜੇ ਤੇ ਲੋਹੇ ਦੀ ਐਰਨ ਲੈ ਕੇ ਅਸੀਂ ਤੇਰੇ ਸਾਹਮਣੇ ਖੜੇ ਸੀ, ਤੇਰੀ ਮਦਦ ਕਰਨ ਵਾਸਤੇ, ਤੈਨੂੰ ਜਿਤਾਉਣ ਵਾਸਤੇ। ਨਿੱਕਾ ਸੂਰਮਾ ਨਹੀਂ, ਵਾਕਿਆ ਹੀ ਉਹ ਬੜਾ ਵੱਡਾ ਸੂਰਮਾ ਸੀ, ਤਾਕਤ ਵਾਲਾ ਸੀ। ਭਾਈ ਕਾਲੇ ਖਾਨ ਨੇ ਪੁੱਛਿਆ ਮਹਾਰਾਜ ਏਡਾ ਤਾਕਤ ਵਾਲਾ ਕਿਉਂ ਸੀ? ਮਹਾਰਾਜ ਕਹਿਣ ਲੱਗੇ ਇਹਦੇ ਪਿੱਛੇ ਇੱਕ ਬੜੀ ਵੱਡੀ ਸਾਖੀ ਹੈ, ਇਤਿਹਾਸ ਹੈ ਵੀ ਉਹ ਤਾਕਤ ਵਾਲਾ ਕਿਉਂ ਸੀ। ਸਤਿਗੁਰਾਂ ਨੇ ਫਿਰ ਉਹ ਬਚਨ ਸੁਣਾਏ। ਮਹਾਰਾਜ ਕਹਿਣ ਲੱਗੇ ਤੇਰੀ ਟੇਕ ਤੁਝੈ ਤੇ ਪਾਈ, ਤੇਰਾ ਆਸਰਾ ਵੀ ਮਹਾਰਾਜ ਤੇਰੇ ਕੋਲੋਂ ਹੀ ਪਾਇਆ ਜਾ ਸਕਦਾ, ਜੇ ਤੂੰ ਆਪ ਕਿਰਪਾ ਕਰੇ। ਤੇ ਕਿਰਪਾ ਕੀਤੀ ਤੇ ਤਾਂ ਹੀ ਆਖਿਆ ਨਾ ਗੁਰੂ ਹਰਿ ਮਹਾਰਾਜ ਨੇ, ਜਾਓ ਜਾ ਕੇ ਪਿੰਡ ਦਾ ਮੂੜੀ ਗੱਡ ਦਿਓ, ਤੁਹਾਨੂੰ ਕੋਈ ਹਿਲਾਏਗਾ ਨਹੀਂ। ਜਦੋਂ ਮੂੜੀ ਗੱਡੀ ਹੈ, ਹਿਲਾਉਣ ਵਾਲਾ ਆਇਆ ਤੇ ਫਿਰ ਜਾ ਕੇ ਮਦਦ ਵੀ ਆਪ ਕਰਦੇ ਪਏ। ਤੇ ਉਹ ਪਿੰਡ ਬਣਿਆ, ਨਗਰ ਬਣਿਆ, ਨਗਰ ਵਸਿਆ। ਸੋ ਕਹਿਣ ਲੱਗੇ ਐਸੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਆਪਣਾ ਆਸਰਾ ਆਪਣੀ ਤਾਕਤ ਮਹਾਰਾਜ ਆਪ ਬਖਸ਼ਿਸ਼ ਕਰਦੇ ਹਨ। ਜਿਹਦੇ ਤੇ ਬਖਸ਼ਿਸ਼ ਕਰਦੇ ਪ੍ਰਾਪਤੀ ਵੀ ਉਸ ਨੂੰ ਹੁੰਦੀ ਹੈ। ਸਾਚੇ ਸਿਰਜਣਹਾਰਾ, ਪਰਮਾਤਮਾ ਸਿਰਜਣਹਾਰ ਹੈ, ਸਾਰੀ ਦੁਨੀਆ ਬਣਾਉਣ ਵਾਲਾ ਬਣਾਉਂਦਾ ਪਿਆ ਹੈ। ਜਿਸ ਤੇ ਖਾਲੀ ਕੋਈ ਨਹੀਂ, ਉਹਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਉਹਦੀ ਬਖਸ਼ਿਸ਼ ਤੋਂ ਕੋਈ ਖਾਲੀ ਨਹੀਂ ਹੈ। ਮੰਗਤਾ ਵੀ ਇਹ ਗੱਲ ਕਹਿ ਦੇਵੇ ਨਾ ਵੀ ਮੈਂ ਨੰਗਾ ਹਾਂ, ਮੇਰੇ ਕੋਲ ਤੇ ਕੁਝ ਵੀ ਨਹੀਂ ਹੈ, ਪਰਮਾਤਮਾ ਰੋਜੀ ਰੋਟੀ ਦੀ ਦਾਤ ਉਹਨੂੰ ਵੀ ਦਿੰਦਾ ਪਿਆ। ਇਹ ਕੀਮਤੀ ਸਵਾਸ ਜਿਹੜੇ ਸਾਨੂੰ ਮਿਲਦੇ ਪਏ, ਜਿਹਨੂੰ ਆਪਾਂ ਆਕਸੀਜਨ ਕਹਿ ਦਿੰਦੇ ਹਾਂ, ਇਹ ਤੇ ਮੰਗਤਾ ਵੀ ਲੈਂਦਾ ਪਿਆ। ਉਹਨੂੰ ਵੀ ਭੰਡਾਰਾ ਉਹਨੇ ਦਿੱਤਾ ਵੀ ਜਾ ਤੇਰੀ ਇੰਨੇ ਸਾਲ ਜ਼ਿੰਦਗੀ ਹੈ। ਜੇ ਕਿਤੇ ਗੁਰਮੁਖੋ ਇਹ ਸਾਹ ਮੁੱਲ ਲੈਣੇ ਪੈਣ ਨਾ, ਸਾਨੂੰ ਹਸਪੀਟਲ ਜਾ ਕੇ ਫਿਰ ਪਤਾ ਲੱਗਦਾ ਹੈ ਇਹਨਾਂ ਸਵਾਸਾਂ ਦੀ ਕੀਮਤ ਕੀ ਹੈ। ਉਹ ਪਰਮਾਤਮਾ ਸਵਾਸਾਂ ਦਾ ਦਾਨ ਤੇ ਫਰੀ ਦੇਈ ਬੈਠਾ ਹੈ, ਕਿਉਂਕਿ ਜੀਵੜ ਆਪ ਤੇਵੜ ਤੇਰੀ ਦਾਤ। ਉਹ ਵੱਡਾ ਆਪ ਹੈ, ਉਹਦੀਆਂ ਦਾਤਾਂ ਹੀ ਏਡੀਆਂ ਵੱਡੀਆਂ 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 ਦਾਤਾਂ ਵੀ ਉਹਨੇ ਫਰੀ ਦਿੱਤੀਆਂ ਹੋਈਆਂ ਵੀ ਲੈ ਜਾਓ ਨਜ਼ਾਰੇ। ਐਸਾ ਉਹ ਪਰਮਾਤਮਾ ਹੈ,
ਉਹਦੀ ਦਾਤ ਤੋਂ ਕੋਈ ਖਾਲੀ ਨਹੀਂ ਹੈ। ਐਸਾ ਪ੍ਰਭੂ ਹਮਾਰਾ ਸਾਡਾ ਪਰਮਾਤਮਾ ਭਾਈ ਐਸਾ ਵੱਡਾ ਸਮਰੱਥ ਮਾਲਕ ਹੈ। ਸੰਤ ਜਨਾ ਮਿਲ ਮੰਗਲ ਗਾਇਆ। ਜਿਹੜੇ ਸੰਤ ਨੇ ਸਾਧੂ ਨੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਅਸੀਂ ਵੀ ਉਹਦੇ ਮੰਗਲ ਨੂੰ, ਉਹਦੇ ਨਾਮ ਨੂੰ, ਉਹਦੇ ਜਸ ਨੂੰ ਗਾਉਣਾ ਕੀਤਾ ਹੈ। ਦਿਨ ਰਹਿਣ ਆਸ ਤੁਮਾਰੀ। ਸਤਿਗੁਰੂ ਦਿਨੇ ਰਾਤ ਸਾਨੂੰ ਤੇ ਇੱਕ ਤੁਹਾਡੀ ਹੀ ਆਸ ਹੈ। ਕਿਸੇ ਹੀ ਕੋਏ ਮੰਝ ਨਿਮਾਣੀ ਇੱਕ ਤੂੰ। ਕਿਸੇ ਨੂੰ ਭੈਣ ਦਾ ਆਸਰਾ, ਕਿਸੇ ਨੂੰ ਭਰਾ ਦਾ ਆਸਰਾ, ਕਿਸੇ ਨੂੰ ਮਾਂ ਬਾਪ ਦਾ ਆਸਰਾ, ਚਾਚੇ ਤਾਏ ਨਾਨਕੇ ਦਾਦਕਿਆਂ ਦਾ ਆਸਰਾ ਹੈ, ਪਰ ਸਾਡਾ ਤੇ ਕੇਵਲ ਤੂੰ ਹੀ ਹੈ। ਤੇਰੇ ਬਿਨਾ ਕੋਈ ਆਸਰਾ ਹੈ ਹੀ ਨਹੀਂ। ਮਹਾਰਾਜ ਬਖਸ਼ਿਸ਼ ਕਰਦੇ ਦਿਨ ਰਹਿਣ ਆਸ ਤੁਮਾਰੀ। ਸਾਨੂੰ ਤੇ ਦਿਨੇ ਰਾਤ ਮਹਾਰਾਜ ਇੱਕ ਤੁਹਾਡਾ ਹੀ ਆਸਰਾ ਹੈ। ਸਫਲ ਦਰਸ ਭੇਟਿਆ ਗੁਰਪੂਰਾ। ਜਿਸ ਵੇਲੇ ਪੂਰਾ ਗੁਰੂ ਪ੍ਰਾਪਤ ਹੋਇਆ ਹੈ ਉਸ ਵੇਲੇ ਸਫਲ ਦਰਸ਼ਨ ਅਕਾਲ ਪੁਰਖ ਦੇ ਪ੍ਰਾਪਤ ਹੁੰਦੇ ਹਨ। ਨਾਨਕ ਸਦ ਬਲਿਹਾਰੀ। ਐਸੇ ਗੁਰੂ ਤੋਂ ਭਾਈ ਬਲਹਾਰ ਕੁਰਬਾਨ ਸਦਕੇ ਜਾਣਾ ਕਰੀਏ। ਸੰਭਲਿਆ ਸਚ ਥਾਨ ਮਾਨ ਮਹਿਤ ਸਚ ਪਾਇਆ। ਬਲਰਾਮ ਜੀਓ। ਸਤਿਗੁਰੂ ਬਖਸ਼ਿਸ਼ ਕਰਦੇ ਜਿਹੜਾ ਰਾਮ ਬਲਿਹਾਰ ਜਾਣ ਯੋਗ ਹੈ ਨਾ, ਉਸ ਪ੍ਰਮਾਤਮਾ ਦੇ ਸੱਚ ਥਾਨ, ਇਹ ਜਿਹੜਾ ਸਤ ਸੰਗਤ ਰੂਪੀ ਸੱਚਾ ਥਾਂ ਹੈ, ਜਦੋਂ ਇਸ ਥਾਂ ਨੂੰ ਸੰਭਾਲਿਆ, ਸੰਭਾਲਣਾ ਕੀ ਹੈ? ਜਦੋਂ ਸੰਗਤ ਵਿੱਚ ਆ ਕੇ ਬੈਠੇ। ਬਚਨ ਹੈ ਨਾ ਮਹਾਰਾਜ ਜੀ ਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿਸ ਵੇਲੇ ਗੁਰੂ ਨੇ ਕਿਰਪਾ ਕੀਤੀ ਹੈ, ਗੁਰਾਂ ਦੇ ਇਹ ਸੱਚੇ ਸਥਾਨ ਸਤ ਸੰਗਤ ਵਿੱਚ ਆ ਕੇ ਬੈਠੇ, ਸੰਗਤ ਦੇ ਥਾਂ ਨੂੰ ਜਿਸ ਵੇਲੇ ਸੰਭਾਲਿਆ, ਯਾਦ ਕੀਤਾ, ਉਸ ਵੇਲੇ ਮਹਾਰਾਜ ਨੇ ਕਿਰਪਾ ਕਰਕੇ ਮਾਣ ਬਖਸ਼ਿਸ਼ ਕੀਤਾ। ਸੰਗਤ ਵਿੱਚ ਆ ਕੇ ਮਾਣ ਮਿਲਦਾ ਹੈ, ਇੱਜ਼ਤ ਮਿਲਦੀ ਹੈ। ਜਿਸ ਬੰਦੇ ਨੂੰ ਲੋਕ ਗਾਲਾਂ ਦਿੰਦੇ ਨਾ, ਮਾੜਾ ਕਹਿੰਦੇ, ਮਿਹਣੇ ਮਾਰਦੇ, ਤੇ ਜੇ ਪਤਾ ਲੱਗ ਜਾਵੇ ਨਾ ਵੀ ਇਹ ਹੁਣ ਸੰਗਤ ਵਿੱਚ ਜਾਣ ਲੱਗ ਪਿਆ, ਇਹ ਗੁਰੂ ਘਰ ਜਾਂਦਾ ਹੈ, ਲੋਕ ਉਹਨੂੰ ਵੀ ਮਾਣ ਸਨਮਾਨ ਦੇਣ ਲੱਗ ਪੈਂਦੇ, ਕਿਉਂਕਿ ਇਹ ਮਾਣ ਸਨਮਾਨ ਸੰਗਤ ਦਾ ਹੈ, ਇਹ ਮਾਣ ਸਨਮਾਨ ਗੁਰੂ ਦਾ ਹੈ। ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਜੀ ਜਿਹੜਾ ਆਪ ਜੀ ਦੀ ਬਖਸ਼ਿਸ਼ ਕੀਤੀ ਹੋਈ ਸੰਗਤ ਵਿੱਚ ਚਲਾ ਜਾਵੇ ਉਹਨੂੰ ਮਾਣ ਮਿਲਦਾ ਹੈ। ਤੇ ਦੂਜਾ ਬਚਨ ਮਹਾਰਾਜ ਨੇ ਲਿਖਿਆ ਮਹਤ ਨਾਮ ਗੁਰਮੁਖੋ ਮਰਾਤਬੇ ਦਾ ਹੈ, ਅਹੁਦੇ ਦਾ ਹੈ, ਉਹਨੂੰ ਅਹੁਦਾ ਵੀ ਮਿਲ ਜਾਂਦਾ ਹੈ। ਇਹ ਐਸੀ ਤੇਰੀ ਸੰਗਤ ਹੈ, ਸੰਗਤ ਵਿੱਚੋਂ ਮਾਣ ਵੀ ਮਿਲਿਆ ਹੈ, ਸੰਗਤ ਵਿੱਚੋਂ ਅਹੁਦਾ ਵੀ ਮਿਲ ਜਾਂਦਾ, ਅਹੁਦੇਦਾਰ ਬਣ ਜਾਂਦਾ ਹੈ। ਐਸੀ ਆਪ ਜੀ ਦੀ ਵੱਡੀ ਸਤ ਸੰਗਤ ਹੈ, ਜਿਨ੍ਹਾਂ ਨੇ ਸੰਗਤ ਨੂੰ ਸੰਭਾਲਿਆ ਹੈ, ਉਹ ਮਾਣ ਵੀ ਪਾਉਂਦੇ ਨੇ, ਉਹ ਮਰਾਤਬਾ ਵੀ ਪਾ ਲੈਂਦੇ ਹਨ। ਸਤਿਗੁਰ ਮਿਲਿਆ ਦਿਆਲ ਗੁਣ ਅਬਿਨਾਸੀ ਗਾਇਆ। ਬਲਰਾਮ ਜੀਓ। ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾਲੂ ਹੋਏ, ਕਿਰਪਾ ਕੀਤੀ, ਦਿਆਲੂ ਹੋ ਗਏ ਮਹਾਰਾਜ ਜਿਨ੍ਹਾਂ ਦੇ ਉੱਪਰ, ਉਹਨਾਂ ਨੂੰ ਗੁਰੂ ਮਿਲਿਆ ਹੈ। ਤੇ ਜਿਨ੍ਹਾਂ ਨੂੰ ਗੁਰੂ ਮਿਲਿਆ ਉਹਨਾਂ ਨੇ ਅਬਿਨਾਸੀ ਪ੍ਰਮਾਤਮਾ ਦੇ ਗੁਣ ਗਾਏ ਨੇ। ਅਬਿਨਾਸੀ ਤੋਂ ਭਾਵ ਹੁੰਦਾ ਗੁਰਮੁਖੋ ਜਿਹੜਾ ਨਾਸ ਨਹੀਂ ਹੁੰਦਾ ਹੈ। ਆਪਾਂ ਜਿੰਨੇ ਬੈਠੇ ਹਨ, ਅਸੀਂ ਨਾਸ ਹੋਣਾ, ਇੱਕ ਦਿਨ ਮਰਨਾ ਹੈ, ਸਾਡਾ ਸਰੀਰ ਜਾਣਾ ਹੀ ਜਾਣਾ ਹੈ। ਇੱਕ ਪ੍ਰਮਾਤਮਾ ਹੈ ਜਿਹੜਾ ਅਬਿਨਾਸੀ ਹੈ, ਐੜਾ ਲਾ ਕੇ, ਨਾਸ਼ ਤੋਂ ਰਹਿਤ ਹੈ, ਜਿਹੜਾ ਕਦੇ ਨਾਸ ਨਹੀਂ ਹੁੰਦਾ, ਮੁੱਕਦਾ ਨਹੀਂ। ਜਦੋਂ ਉਹਦੇ ਗੁਣ ਗਾਏ, ਜਿਹੜਾ ਰਾਮ ਰਮਿਆ ਹੋਇਆ ਤੇ ਬਲਿਹਾਰ ਜਾਣ ਯੋਗ ਹੈ। ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸੁਆਮੀਆ। ਪ੍ਰਾਣਾਂ ਦਾ ਪ੍ਰੀਤਮ ਹੈ ਨਾ ਸੁਆਮੀ ਮਾਲਕ, ਉਹਦੇ ਗੁਣਾਂ ਨੂੰ ਨਿਤ ਨਿਤ ਗਾਇਆ ਕਰੋ। ਗੁਣ ਗਾਵਾਂ ਨਿਤ ਨਿਤ ਮੇਰੇ ਪ੍ਰਭ ਕੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਦਿਨ ਰਾਤੀਆਂ ਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਅਸੀਂ ਤੇ ਪੁੱਛਦੇ ਹਾਂ ਜਾ ਕੇ ਕਿਸੇ ਸੰਤ ਨੂੰ, ਕਿਸੇ ਵਜ਼ੀਰ ਨੂੰ, ਕਿਸੇ ਗੁਰੂ ਘਰ ਦੇ ਗ੍ਰੰਥੀ ਨੂੰ, ਬਾਣੀ ਕਦੋਂ ਪੜ੍ਹਨੀ ਚਾਹੀਦੀ ਹੈ, ਨਾਮ ਕਦੋਂ ਜਪਣਾ ਚਾਹੀਦਾ ਹੈ। ਕੇਵਲ ਅਸੀਂ ਪੁੱਛਣ ਵਾਸਤੇ ਗਏ ਹਾਂ, ਜਪਣਾ ਨਹੀਂ ਹੈ, ਕੇਵਲ ਪੁੱਛਦੇ ਹੀ ਪਏ ਹਾਂ ਵੀ ਜਪਣਾ ਕਦੋਂ ਚਾਹੀਦਾ। ਪਰ ਜੇ ਅਸੀਂ ਬਾਣੀ ਪੜ੍ਹਦੇ ਹੁੰਦੇ ਨਾ, ਫਿਰ ਸਾਨੂੰ ਪੁੱਛਣ ਦੀ ਲੋੜ ਨਹੀਂ ਸੀ ਪੈਣੀ ਕਦੋਂ ਪੜ੍ਹਨੀ ਚਾਹੀਦੀ ਹੈ, ਕਿਉਂਕਿ ਗੁਰਬਾਣੀ ਵਿੱਚ ਬਚਨ ਆ ਗਿਆ ਮਹਾਰਾਜ ਦਾ ਵੀ ਨਿਤ ਨਿਤ, ਹਰ ਰੋਜ਼ ਹੀ, ਦਿਨ ਰਾਤੀਆਂ ਰਾਧੋ ਪਿਆਰੋ। ਦਿਨੇ ਵੀ ਜਪ ਸਕਦਾ ਹੈ, ਰਾਤ ਨੂੰ ਵੀ ਜਪ ਸਕਦਾ। ਦੁਨਿਆਵੀ ਦਫ਼ਤਰ ਬੰਦ ਹੋ ਜਾਂਦੇ, ਅਕਾਲ ਪੁਰਖ ਦਾ ਦਫ਼ਤਰ ਕਦੇ ਬੰਦ ਨਹੀਂ ਹੁੰਦਾ ਹੈ।
ਰਾਤ ਨੂੰ ਵੀ ਜਪੇਗਾ, ਸਗੋਂ ਰਾਤ ਨੂੰ ਜਪਣ ਦਾ ਵੱਡਾ ਮਹਾਤਮ ਹੈ। ਭਿੰਨੇ ਰੈਣੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ RAM ਪਿਆਰੇ। RAM ਪਿਆਰੇ ਸਦਾ ਜਾਗੈ, ਨਾਮ ਸਿਮਰੈ ਅੰਨ ਦਿਨੋਂ। ਰੱਬ ਦੇ ਭਗਤ ਸਦੋਂ ਰਾਤ ਨੂੰ ਜਾਗਦੇ, ਸ਼ਾਂਤੀ ਹੁੰਦੀ ਹੈ, ਟਿਕਾ ਹੁੰਦਾ ਹੈ। ਦੁਨੀਆ ਦਾ ਚੀਕ ਚਿਹਾੜਾ ਖਤਮ ਹੋ ਜਾਂਦਾ, ਦੁਨੀਆ ਦਾ ਸ਼ੋਰ ਸ਼ਰਾਬਾ ਮੁੱਕ ਜਾਂਦਾ, ਰਾਤ ਨੂੰ ਟਿਕਾ ਹੁੰਦਾ ਹੈ। ਉਹਨਾਂ ਦੀ ਸੁਰਤੀ ਬਿਰਤੀ ਜ਼ਿਆਦਾ ਜੁੜਦੀ ਦਿਨ ਨਾਲੋਂ। ਦੁਨਿਆਵੀ ਲੋਕ, ਵਕਾਰੀ ਲੋਕ ਸੌਂ ਜਾਂਦੇ, ਚੁੱਪ ਕਰ ਜਾਂਦੇ। ਰੱਬ ਦੇ ਭਗਤ ਉਦੋਂ ਸਮਾਧੀ ਲਾ ਲੈਂਦੇ, ਟਿਕ ਜਾਂਦੇ। ਇਸ ਕਰਕੇ ਉਹਦਾ ਨਾਮ ਰਾਤ ਨੂੰ ਵੀ ਜਪਿਆ ਜਾ ਸਕਦਾ ਹੈ। ਰਾਤ ਦੇ ਸਮੇਂ 11 ਵਜੇ, 12 ਵਜੇ, 2 ਵਜੇ, ਜਦੋਂ ਮਰਜੀ। ਉਹਦਾ ਨਾਮ ਦਿਨੇ ਵੀ ਜਪਿਆ ਜਾ ਸਕਦਾ ਹੈ, ਭਾਵੇਂ ਦੁਪਹਿਰ ਹੈ ਤੇ ਭਾਵੇਂ ਸ਼ਾਮ ਹੈ ਤੇ ਭਾਵੇਂ ਸਵੇਰ ਵੇਲਾ ਹੈ। ਜਦੋਂ ਮਰਜੀ 24 ਘੰਟਿਆਂ ਦੇ ਅੰਦਰ ਉਹਦੇ ਨਾਮ ਨੂੰ ਆਪਾਂ ਜਪ ਸਕਦੇ ਹਾਂ। ਇੱਥੇ ਕੋਈ ਸਮੇਂ ਦੀ ਸੀਮਾ ਨਹੀਂ ਹੈ, ਐਸੀ ਉਹਦੀ ਦਾਤ ਹੈ। ਪ੍ਰਾਣ ਪ੍ਰੀਤਮ ਸੁਆਮੀਆ, ਪ੍ਰਾਣਾਂ ਦਾ ਪ੍ਰੀਤਮ ਤੇ ਸੁਆਮੀ ਸਾਰਿਆਂ ਦਾ ਮਾਲਕ ਹੈ। ਸ਼ੁਭ ਦਿਵਸ ਆਏ ਗਹਿ ਕੰਠ ਲਾਏ, ਮਿਲੇ ਅੰਤਰ ਜਾਮੀਆ। ਜਿਸ ਵੇਲੇ ਅੰਤਰਜਾਮੀ ਪਰਮਾਤਮਾ ਮਿਲਿਆ, ਉਹ ਸ਼ੁਭ ਦਿਹਾੜਾ ਜਦੋਂ ਪ੍ਰਾਪਤ ਹੋ ਗਿਆ ਨਾ, ਉਹ ਘੜੀ ਜਦੋਂ ਮਿਲ ਗਈ, ਉਦੋਂ ਫਿਰ ਫੜ ਕੇ ਉਹ ਆਪ ਹੀ ਆਪਣੇ ਗਲੇ ਲਾ ਲੈਂਦਾ ਹੈ, ਆਪਣੀ ਛਾਤੀ ਨਾਲ ਲਾ ਲੈਂਦਾ। ਜਦੋਂ ਸ਼ੁਭ ਦਿਹਾੜਾ ਆ ਗਿਆ, ਬਚਨ ਆ ਗਿਆ ਨਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ। ਜਦੋਂ ਉਹ ਦਿਨ ਆ ਗਿਆ ਨਾ ਜਿਹੜਾ ਭਾਈ ਮੰਝ ਨੂੰ ਮਿਲਿਆ, ਤੇ ਫਿਰ ਆਪੇ ਹੀ ਫੜ ਕੇ ਗੱਲ ਲਾ ਲਿਆ। ਬਚਨ ਆ ਗਿਆ ਨਾ 10ਵੇਂ ਪਾਤਸ਼ਾਹ ਦਾ, ਹੇ ਰੰਗਰੇਟੇ ਗੁਰ ਕੇ ਬੇਟੇ ਰਹੋ ਪੰਥ ਕੇ ਸੰਗ ਸਮੇਟੇ। ਜਦੋਂ ਉਹ ਦਿਨ ਆ ਗਿਆ ਨਾ, ਉਦੋਂ ਆਪੇ ਹੀ ਭਾਈ ਜੈਤਾ ਜੀ ਦੇ ਵਾਂਗ ਉਹਨੇ ਗੱਲ ਲਾ ਲੈਣਾ ਹੈ। ਐਸਾ ਉਹ ਹੈ, ਆਪ ਹੀ ਆਪਣੇ ਭਗਤਾਂ ਨੂੰ ਆਪਣੇ ਗੱਲ ਲਾ ਲੈਂਦਾ ਹੈ। ਸਤ ਸੰਤੋਖ ਵੱਜੇ ਵਾਜੇ, ਅਨਹਦਾ ਝੁਨਕਾਰੇ। ਉਹਨਾਂ ਗੁਰਮੁਖਾਂ ਦੇ ਸਤ ਸੰਤੋਖ ਦੇ ਬਾਜੇ ਵੱਜ ਜਾਂਦੇ। ਅਨਹਦਾ ਤੋਂ ਭਾਵ ਹੁੰਦਾ ਇੱਕ ਰਸ, ਜਿਹੜੇ ਕਦੇ ਟੁੱਟਦੇ ਨਹੀਂ। ਰੁਣ ਝੁਨਕਾਰ ਦੇ ਵਾਜੇ ਜਿਹੜੇ ਨੇ, ਇੱਕ ਰਸ ਉਹਨਾਂ ਗੁਰਮੁਖਾਂ ਦੇ ਅੰਦਰ ਸਤ ਸੰਤੋਖ ਦੇ ਵੱਜਦੇ ਹਨ। ਸੁਣ ਭੈ ਬਿਨਾਸੇ ਸਗਲ ਨਾਨਕ, ਪ੍ਰਭ ਪੁਰਖ ਕਰਨੇ ਹਾਰੇ। ਜਿਹੜਾ ਪਰਮਾਤਮਾ ਕਰਨਹਾਰ ਹੈ, ਉਹਦਾ ਨਾਮ ਸੁਣ ਕੇ ਸਾਰੇ ਭੈ ਖਤਮ ਹੋ ਜਾਂਦੇ, ਸਾਰੇ ਡਰ ਖਤਮ ਹੋ ਜਾਂਦੇ, ਡਰ ਕੋਈ ਰਹਿੰਦਾ ਹੀ ਨਹੀਂ ਹੈ। ਐਸੀ ਦਾਤ ਉਹ ਦੇ ਦਿੰਦੇ ਹਨ। ਉਪਜਿਆ ਤਤ ਗਿਆਨ ਸਹੁਰੇ ਪਈਏ, ਇੱਕ ਹਰ ਬਲਰਾਮ ਜੀਓ। ਜਿਸ ਵੇਲੇ ਤਤ ਗਿਆਨ ਦੀ ਪ੍ਰਾਪਤੀ ਹੋਈ ਨਾ, ਸਿਧਾਂਤ ਪ੍ਰਾਪਤ ਹੋ ਗਿਆ। ਜਿਸ ਵੇਲੇ ਸਮਝ ਪੈ ਗਈ, ਈਬੈ ਬੀਠਲ ਊਬੈ ਬੀਠਲ, ਜਦੋਂ ਇਹ ਸਮਝ ਪੈ ਗਈ, ਸਭੈ ਘਟ ਰਾਮ ਬੋਲੇ, ਜਦੋਂ ਇਹ ਸਮਝ ਪੈ ਜਾਂਦੀ ਹੈ, ਫਿਰ ਇਹ ਪਤਾ ਲੱਗ ਗਿਆ ਕਿ ਸਹੁਰੇ ਪਈਐ ਇੱਕ ਹਰ। ਸਹੁਰਾ ਤੇ ਪੇਕਾ ਘਰ। ਸਹੁਰਾ ਘਰ ਕੀ ਹੈ? ਜਿੱਥੇ ਅਸੀਂ ਜਨਮ ਲੈ ਕੇ ਆ ਗਏ ਹਾਂ। ਪੇਕਾ ਘਰ ਕੀ ਹੈ? ਪਰਲੋਕ, ਜਿੱਥੋਂ ਅਸੀਂ ਆਏ ਹਾਂ। ਜਦੋਂ ਗਿਆਨ ਹੋ ਗਿਆ ਨਾ, ਉਦੋਂ ਇਹ ਸਮਝ ਆ ਜਾਵੇਗੀ ਵੀ ਲੋਕ ਤੇ ਪਰਲੋਕ ਦਾ ਇੱਕੋ ਹੀ ਮਾਲਕ ਹੈ, ਜਿਹੜਾ ਇਸ ਦੁਨੀਆ ਵਿੱਚ ਵੀ ਸਮਾਇਆ ਹੋਇਆ ਤੇ ਉਸ ਦੁਨੀਆ ਵਿੱਚ ਵੀ ਬੈਠਾ ਹੋਇਆ ਹੈ। ਉਪਜਿਆ ਤਤ ਗਿਆਨ, ਜਿਨ੍ਹਾਂ ਨੂੰ ਤਤ ਗਿਆਨ ਦੀ ਪ੍ਰਾਪਤੀ ਹੋਈ, ਸਿਧਾਂਤ ਪ੍ਰਾਪਤ ਹੋ ਗਿਆ, ਉਹਨਾਂ ਨੂੰ ਇਹ ਸਮਝ ਪੈ ਗਈ ਹੈ ਕਿ ਉਹ ਪਰਮਾਤਮਾ ਲੋਕ ਤੇ ਪਰਲੋਕ ਦੇ ਵਿੱਚ ਹੈ, ਜਿਸ ਤੋਂ ਰਾਮ ਤੋਂ ਬਲਿਹਾਰ ਜਾਣਾ ਕਰੀਏ, ਸਦਕੇ ਜਾਣਾ ਕਰੀਏ। ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਾਕੇ, ਭਿੰਨ ਕਰ ਬਲਰਾਮ ਜੀਓ। ਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਵੇਲੇ ਇਹ ਜੀਵ ਬ੍ਰਹਮ ਰੂਪ ਹੋ ਕੇ ਬ੍ਰਹਮ ਨਾਲ ਮਿਲਦਾ ਹੈ, ਪਰਮਾਤਮਾ ਬ੍ਰਹਮ ਹੈ, ਉਹਦੇ ਨਾਲ ਐਵੇਂ ਨਹੀਂ ਮਿਲਿਆ ਜਾਏਗਾ। ਉਹਦੇ ਨਾਲ ਮਿਲਣ ਵਾਸਤੇ ਸਾਨੂੰ ਵੀ ਬ੍ਰਹਮ ਬਣਨਾ ਪਵੇਗਾ। ਜਦੋਂ ਅਸੀਂ ਬ੍ਰਹਮ ਦਾ ਰੂਪ ਹੋ ਗਏ, ਫਿਰ ਉਹਦੇ ਨਾਲ ਮਿਲ ਜਾਵਾਂਗੇ, ਉਹਦੀ ਜੋਤ ਨਾਲ ਸਾਡੀ ਜੋਤ ਮਿਲ ਜਾਏਗੀ। ਤੇ ਜਦੋਂ ਇੱਕ ਵਾਰੀ ਮਿਲ ਗਏ ਨਾ, ਫਿਰ ਕੋਈ ਨਾ ਸਾਕੈ ਭਿੰਨ ਕਰ। ਕੋਈ ਵੀ ਦੁਨੀਆ ਦੀ ਤਾਕਤ ਪਰਮਾਤਮਾ ਨਾਲੋਂ ਤੈਨੂੰ ਵੱਖਰਾ ਨਹੀਂ ਕਰ ਸਕੇਗੀ। ਇੱਥੇ ਭਾਵੇਂ ਅਸੀਂ ਦੁਨਿਆਵੀ ਲੋਕਾਂ ਨੂੰ ਜਿੰਨੀਆਂ ਮਰਜ਼ੀ ਜੱਫੀਆਂ ਪਾਈ ਜਾਈਏ, ਘੁੱਟ-ਘੁੱਟ ਕੇ ਫੜੀ ਜਾਈਏ ਵੀ ਇਹਨੂੰ ਨਹੀਂ ਛੱਡਣਾ, ਮੈਂ ਇਹਦੇ ਨਾਲ ਹੀ ਰਹਿਣਾ ਹੈ। ਇੱਥੋਂ ਦੇ ਪਾਏ ਹੋਏ ਜਿਹੜੇ ਰਿਸ਼ਤੇ ਨੇ, ਸਰਬੰਧ ਨੇ, ਜੱਫੀਆਂ ਨੇ, ਇਹ ਟੁੱਟ ਜਾਂਦੀਆਂ, ਇਹ ਛੱਡੀਆਂ ਜਾਂਦੀਆਂ, ਵੱਖ ਹੋ ਜਾਂਦੇ ਪਿਆਰੇ ਤੋਂ ਪਿਆਰੇ ਰਿਸ਼ਤੇ। ਪਰ ਜੇ ਇੱਕ ਵਾਰੀ ਜੱਫੀ ਪਰਮਾਤਮਾ ਨੂੰ ਪੈ ਗਈ ਨਾ, ਉਹ ਕਦੇ ਖੁੱਲ੍ਹੇਗੀ ਨਹੀਂ,
ਉਹ ਕਦੇ ਆਪਣੇ ਤੋਂ ਦੂਰ ਨਹੀਂ ਕਰੇਗਾ। ਕੋਈ ਨਾ ਸਾਕੈ ਭਿੰਨ, ਕੋਈ ਵੀ ਵੱਖਰਾ ਨਹੀਂ ਕਰ ਸਕੇਗਾ। ਉਹ ਐਸਾ ਰਾਮ ਹੈ ਜਿਤੋਂ ਬਲਿਹਾਰ ਜਾਣਾ ਕਰੀਏ। ਬਿਸਮ ਪੇਖੈ ਬਿਸਮ ਸੁਣੀਐ, ਬਿਸਮਾਦ ਨਦਰੀ ਆਇਆ। ਉਸ ਪਰਮਾਤਮਾ ਦਾ ਵੇਖਣਾ ਵੀ ਬਿਸਮ ਕਹੀਏ ਅਚਰਜ ਰੂਪ ਹੈ। ਜਿਹਨੇ ਪਰਮਾਤਮਾ ਵੇਖ ਲਿਆ ਨਾ, ਉਹਨੇ ਇਹੋ ਗੱਲ ਹੀ ਆਖੀ ਹੈ ਵੀ ਉਹ ਪਰਮਾਤਮਾ ਹੈਰਾਨ ਕਰਨ ਵਾਲਾ ਹੈ। ਉਹਦੀ ਸਿਫਤ ਵਿੱਚ ਕੋਈ ਬਚਨ ਔੜਦਾ ਹੀ ਨਹੀਂ ਹੈ। ਆਪਾਂ ਆਖਦੇ ਫਲਾਣੇ ਦੀ ਬੋਲਤੀ ਬੰਦ ਹੋ ਗਈ ਹੈ, ਮੇਰੇ ਸਾਹਮਣੇ ਉਹ ਬੋਲ ਨਹੀਂ ਸਕਿਆ। ਇਹ ਤੇ ਇੱਕ ਸ਼ੇਖੀ ਹੈ, ਇਹ ਤੇ ਇੱਕ ਅਹੰਕਾਰ ਹੈ। ਪਰ ਵਾਕਿਆ ਹੀ ਪਰਮਾਤਮਾ ਦੇ ਸਾਹਮਣੇ ਬੋਲਤੀ ਬੰਦ ਹੁੰਦੀ ਹੈ। ਐਸਾ ਉਹਦਾ ਸਰੂਪ ਹੈ, ਉੱਥੇ ਕੋਈ ਬਚਨ ਔੜਦਾ ਹੀ ਨਹੀਂ ਹੈ, ਕੋਈ ਗੱਲ ਮੂੰਹੋਂ ਨਿਕਲਦੀ ਨਹੀਂ ਹੈ। ਕਿਹੜੀ ਸਿਫਤ ਕਰਾਂ, ਉੱਥੇ ਬਚਨਾਂ ਦੀ ਤਾਕਤ ਖਤਮ ਹੋ ਜਾਂਦੀ ਹੈ। ਐਸਾ ਉਹ ਪਰਮਾਤਮਾ ਹੈ। ਬਿਸਮ ਪੇਖੈ, ਉਹਦਾ ਵੇਖਣਾ ਵੀ ਅਚਰਜ ਰੂਪ ਹੈਰਾਨ ਕਰਨ ਵਾਲਾ ਹੈ। ਬਿਸਮ ਸੁਣੀਐ, ਉਹਦਾ ਸੁਣਨਾ ਵੀ ਹੈਰਾਨ ਕਰਨ ਵਾਲਾ ਹੈ। ਉਹਦੇ ਐਸੇ ਐਸੇ ਕੌਤਕ ਨੇ, ਸੁਣ ਲਈਏ ਤੇ ਮੂੰਹ ਵਿੱਚ ਉਂਗਲਾਂ ਪੈ ਜਾਂਦੀਆਂ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ। ਐਸੇ ਉਸਦੇ ਕੌਤਕ ਹਨ। ਬਿਸਮਾਦ ਨਦਰੀ ਆਇਆ। ਉਹ ਪਰਮਾਤਮਾ ਜਿਹੜਾ ਅਚਰਜ ਰੂਪ ਹੈ, ਉਹ ਗੁਰਮੁਖਾਂ ਨੂੰ ਨਾਮ ਜਪ ਕੇ ਨਜ਼ਰ ਆਇਆ ਹੈ। ਜਲ ਥਲ ਮਈਲ ਪੂਰਨ ਸੁਆਮੀ, ਘਟ ਘਟ ਰਹਾ ਸਮਾਇਆ। ਪਰਮਾਤਮਾ ਜਲਾਂ ਦੇ ਵਿੱਚ, ਥਲਾਂ ਦੇ ਵਿੱਚ, ਧਰਤੀ ਦੇ ਵਿੱਚ, ਆਕਾਸ਼ ਦੇ ਵਿੱਚ, ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ। ਪਰ ਇਹ ਜਿਹੜੇ ਬਚਨ ਹਨ ਕਿ ਉਹ ਸਾਰਿਆਂ ਵਿੱਚ ਸਮਾਇਆ ਹੈ, ਉਹ ਦਿਸਿਆ ਕਿਸੇ ਕਿਸੇ ਨੂੰ ਹੀ ਹੈ, ਸਾਰਿਆਂ ਨੂੰ ਨਹੀਂ ਦਿਸਿਆ ਹੈ। ਦੁਨੀਆ ਦੇ ਲੋਕ ਪਖੰਡ ਤੇ ਕਰ ਸਕਦੇ, ਭਰਮ ਦਾ ਜਾਲ ਤੇ ਫੈਲਾ ਸਕਦੇ, ਪਰ ਪਖੰਡ ਤੇ ਭਰਮ ਦੇ ਨਾਲ ਉਹ ਦਿਸਿਆ ਨਹੀਂ ਕਿਸੇ ਨੂੰ। ਚਤੁਰਾਈ ਨਾ ਚਤੁਰ ਭੁਜ ਪਾਈਐ, ਚਲਾਕੀ ਦੇ ਨਾਲ ਉਹ ਪਰਮਾਤਮਾ ਨਹੀਂ ਕਦੇ ਕਿਸੇ ਨੂੰ ਮਿਲਦਾ ਹੈ। ਕਿਉਂਕਿ ਚਤੁਰਾਈ ਚਲਾਕੀ ਵਾਲਾ, ਸਿਆਣਪ ਵਾਲਾ, ਮਾਨ ਵਾਲਾ, ਹੰਕਾਰ ਵਾਲਾ ਉਹਨੂੰ ਪਸੰਦ ਨਹੀਂ ਹੈ। ਉਹ ਸਿਰਜਣਹਾਰ ਸਮਾਇਆ ਤੇ ਸਾਰੇ ਥਾਵਾਂ ਤੇ ਹੈ, ਪਰ ਉਹ ਨਜ਼ਰ ਨਹੀਂ ਕਿਸੇ ਨੂੰ ਆਇਆ ਹੈ। ਜੇ ਨਜ਼ਰ ਆ ਜਾਵੇ ਤੇ ਫਿਰ ਬਚਨ ਇਹ ਹੈ, ਆਪਾਂ ਪੜ੍ਹਦੇ ਮਹਾਰਾਜ ਜੀਆਂ ਦਾ ਕਿ ਸਭੈ ਘਟ ਰਾਮ ਬੋਲੇ। ਕੋਈ ਇਹੋ ਜਿਹਾ ਹਿਰਦਾ ਹੈ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਉਹ ਸਾਰਿਆਂ ਥਾਵਾਂ ਤੇ ਹੈ, ਪਰ ਉਹਦੀ ਰਜਾ ਵਿੱਚ ਰਹਿਣਾ ਇਹ ਗੁਰਮੁਖਾਂ ਦੀ ਹਿੱਸੇ ਆਇਆ ਹੈ। ਰਜਾ ਤੋਂ ਬਾਹਰੀ ਹੋ ਗਿਆ ਤੇ ਦੁੱਖ ਦੀ ਪ੍ਰਾਪਤੀ ਕਰਦਾ ਹੈ। ਪਰ ਫਿਰ ਵੀ ਜਿਹੜਾ ਦੁਖੀ ਹੋ ਜਾਂਦਾ ਉਹਦੀ ਮਦਦਗਾਰ ਬਣ ਜਾਂਦੇ। ਪਰ ਮਦਦਗਾਰ ਵੀ ਤਾਂ ਬਣਦੇ ਜਦੋਂ ਉਹ ਮਦਦਗਾਰ ਬਣਾਉਂਦਾ ਹੈ, ਐਸੀ ਉਹ ਕਿਰਪਾ ਕਰ ਦਿੰਦਾ ਹੈ। ਐਸਾ ਉਹ ਪਰਮਾਤਮਾ ਹੈ, ਜਿੱਤੇ ਮਿਹਰ ਕਰੇ ਉਹਨੂੰ ਉਹ ਦਾਤ ਦਿੰਦਾ ਹੈ। ਆ ਕੁਝ ਸਮੇਂ ਤੋਂ ਜਿਹੜੇ ਪਖੰਡੀ ਲੋਕ ਨੇ ਉਹਨਾਂ ਦਾ ਬੜਾ ਬੋਲਬਾਲਾ ਹੈ। ਸਾਡੇ ਕੋਲ ਆ ਜਾਓ, ਸਾਡੇ ਕੋਲ ਆ ਕੇ ਚੌਂਕੀ ਭਰੋਗੇ, ਮੇਰੇ ਕੋਲ ਆਓਗੇ, ਮੈਂ ਦੁੱਖ ਤੇ ਤਕਲੀਫ ਦੂਰ ਕਰ ਦਿਆਂਗਾ, ਸੁੱਖ ਹੀ ਸੁੱਖ ਪ੍ਰਾਪਤ ਹੋ ਜਾਣਗੇ। ਐਸਾ ਭਰਮ ਜਾਲ ਫੈਲਿਆ ਹੈ। ਵੱਡੇ ਤੋਂ ਵੱਡਾ ਵਿਅਕਤੀ, ਸਿਆਣੇ ਤੋਂ ਸਿਆਣਾ ਵਿਅਕਤੀ ਇਸ ਭਰਮ ਜਾਲ ਦੇ ਵਿੱਚ ਫਸਦਾ ਜਾਂਦਾ ਹੈ। ਤੇ ਜਿਵੇਂ ਜਿਵੇਂ ਲੋਕ ਫਸਦੇ ਪਏ, ਉਵੇਂ ਉਵੇਂ ਪਖੰਡੀਆਂ ਦਾ ਕੰਮ ਬਹੁਤਾ ਡਾਢਾ ਚੱਲਦਾ ਹੈ। ਪਰ ਮਹਾਰਾਜ ਜੀ ਦਾ ਬਚਨ ਹੈ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਮਹਾਰਾਜ ਨੇ ਪੰਥ ਸਾਜਿਆ ਸਰਬੱਤ ਦੇ ਭਲੇ ਵਾਸਤੇ। ਆਪਣਾ ਵੀ ਭਲਾ ਕਰ, ਦੂਸਰੇ ਦਾ ਵੀ ਭਲਾ ਕਰ। ਪਰ ਉਸ ਬਚਨ ਤੋਂ ਜਿਵੇਂ ਜਿਵੇਂ ਅਸੀਂ ਦੂਰ ਹੁੰਦੇ, ਉਵੇਂ ਉਵੇਂ ਪਖੰਡੀਆਂ ਦਾ ਭਰਮ ਜਾਲ ਹੋਰ ਵੱਧਦਾ ਹੈ। ਇੱਕ ਦੋ ਦਿਨਾਂ ਦੀ ਖਬਰ ਹੈ, ਇੱਕ ਨਿੱਕੂ ਨਾਮ ਦਾ ਕਲਾਕਾਰ ਜਾ ਕੇ ਇੱਕ ਬਾਬੇ ਦੇ ਕੋਲ ਰੋਇਆ ਵੀ ਮੈਂ ਬੜੇ ਕਰਜ਼ੇ ਵਿੱਚ ਹਾਂ, ਕੋਈ ਉਪਾਅ ਕਰੋ ਕਿ ਮੇਰਾ ਦੁੱਖ ਉਹ ਦੂਰ ਹੋ ਜਾਵੇ। ਬਾਬੇ ਨੇ ਕੀ ਕਰਨਾ ਉਹ ਵੱਖਰੀ ਗੱਲ ਹੈ, ਪਰ ਉਹਦੇ ਜਿਹੜੇ ਨਾਲ ਦੇ ਲੋਕ ਨੇ, ਉਹਦੇ ਵਾਲਾ ਕੰਮ ਕਰਨ ਵਾਲੇ, ਉਹਨਾਂ ਨੇ ਆਖਿਆ ਤੂੰ ਫਿਕਰ ਨਾ ਕਰ, ਅਸੀਂ ਤੇਰੇ ਨਾਲ ਖੜੇ ਹਾਂ, ਤੇਰੀ ਮਦਦ ਕਰਾਂਗੇ, ਤੈਨੂੰ ਕਾਰੋਬਾਰ ਦੇਵਾਂਗੇ, ਤੇਰੀ ਜ਼ਿੰਦਗੀ ਸੌਖੀ ਕਰ ਦਿਆਂਗੇ। ਤੇ ਸੋਸ਼ਲ ਮੀਡੀਆ ਤੇ ਬੜੇ ਹਾਏ ਹਾਏ ਕੁਰਲਾਟ ਪਿਆ ਹੋਇਆ, ਵੇਖੋ ਕੀ ਹੋ ਗਿਆ, ਵੇਖੋ ਕੀ ਹੋ ਗਿਆ। ਮਦਦ ਕਰਨੀ ਚਾਹੀਦੀ ਹੈ, ਚੰਗੀ ਗੱਲ ਹੈ, ਮਦਦ ਕਰਨੀ ਚਾਹੀਦੀ ਹੈ। ਸਾਨੂੰ ਕਿਸੇ ਦਾ ਦੁੱਖ ਨਹੀਂ ਹੈ,
ਪਰ ਦੁਨੀਆ ਵਿੱਚ ਕੁਰਲਾਟ ਮਚਾਉਣ ਵਾਲੇ, ਹਾਏ ਹਾਏ ਕਰਨ ਵਾਲੇ ਕਦੇ ਅਸੀਂ ਇਹ ਵੇਖਿਆ ਜਿਹੜੇ ਸਾਡੇ ਪਾਠੀ ਸਿੰਘ ਨੇ, ਸਾਡੇ ਰਾਗੀ ਸਿੰਘ ਨੇ, ਉਹਨਾਂ ਦੇ ਗੁਜ਼ਾਰੇ ਕਿਵੇਂ ਹੁੰਦੇ, ਉਹਨਾਂ ਦਾ ਕੰਮ ਕਿਵੇਂ ਚੱਲਦਾ? 200 ਰੁਪਏ ਦੀ ਡਿਊਟੀ ਲੈ ਕੇ, 5000 ਦੀ ਤਨਖਾਹ ਲੈ ਕੇ ਉਹ ਕਿਵੇਂ ਆਪਣਾ ਪਰਿਵਾਰ ਪਾਲਦੇ, ਕਿਵੇਂ ਆਪਣੀਆਂ ਲੋੜਾਂ ਪੂਰੀਆਂ ਕਰਦੇ? ਉਹਨਾਂ ਦੇ ਵੱਲ ਕੌਮ ਦੇ ਜਥੇਦਾਰਾਂ ਦਾ, ਜਥੇਬੰਦੀਆਂ ਦਾ ਕੋਈ ਧਿਆਨ ਨਹੀਂ ਹੈ। ਇਹਨਾਂ ਨਾਲੋਂ ਤੇ ਉਹ ਕਲਾਕਾਰ ਸ਼੍ਰੇਣੀ ਚੰਗੀ ਹੈ। ਉਹਨਾਂ ਦਾ ਇੱਕ ਭਰਾ ਡੁੱਬਿਆ ਤੇ ਦੂਜਿਆਂ ਨੇ ਆਖਿਆ ਤੇਰੇ ਨਾਲ ਖੜੇ ਆ। ਕਦੇ ਕਿਸੇ ਧਰਮ ਦੇ ਆਗੂ ਨੇ ਆਖਿਆ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ? ਇਹਨਾਂ ਬਚਨਾਂ ਦੇ ਵੱਲ ਧਿਆਨ ਦੇਣਾ ਪਵੇਗਾ। ਬਚਨ ਤੇ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ, ਪਰ ਕਰੇਗਾ ਕਿਵੇਂ? ਅਸੀਂ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਹੋਏ। ਇਸ ਤਰ੍ਹਾਂ ਕੁਝ ਨਹੀਂ ਹੋਵੇਗਾ। ਸਾਨੂੰ ਸੇਧ ਲੈਣੀ ਪਵੇਗੀ, ਸਮਝਣਾ ਪਵੇਗਾ ਉਹਨਾਂ ਲੋਕਾਂ ਦੇ ਕੋਲੋਂ ਜਿਨ੍ਹਾਂ ਨੇ ਹੌਸਲਾ ਦਿੱਤਾ ਵੀ ਅਸੀਂ ਤੇਰੇ ਨਾਲ ਹਾਂ। ਭਾਵੇਂ ਉਹਨਾਂ ਦੀ ਜਮਾਤ, ਉਹਨਾਂ ਦੀ ਕਲਾਸ, ਉਹਨਾਂ ਦਾ ਕੰਮ ਚੰਗਾ ਹੈ ਕਿ ਮਾੜਾ, ਉਹ ਵੱਖਰੀ ਗੱਲ ਹੈ, ਪਰ ਫਿਰ ਵੀ ਮਾੜੇ ਸਮੇਂ ਤੇ ਨਾਲ। ਪਰ ਸਾਡੇ ਵਿੱਚ ਕੀ ਹੈ? ਅਸੀਂ ਤੇ ਉਲਟੇ ਹੋ ਜਾਂਦੇ। ਕਰੋਨਾ ਕਾਲ ਦੇ ਵਿੱਚ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਪਰਦੇਸੀ, ਉਹਨਾਂ ਦੀਆਂ ਝੁੱਗੀਆਂ ਵਿੱਚ ਰੋਟੀਆਂ, ਰਾਸ਼ਨ ਸਭ ਕੁਝ ਜਾ ਕੇ ਸਾਡੇ ਲੋਕਾਂ ਨੇ ਪਹੁੰਚਾਇਆ। ਤੇ ਕੁਝ ਐਸੇ ਵੀ ਧਾਰਮਿਕ ਸਥਾਨ ਸਨ ਜਿੱਥੇ ਤਨਖਾਹਾਂ ਬੰਦ ਹੋ ਗਈਆਂ, ਤਨਖਾਹਾਂ ਵੀ ਨਹੀਂ ਦੇਣੀਆਂ। ਉਹ ਸਾਡਾ ਵੰਡਿਆ ਹੋਇਆ ਰਾਸ਼ਨ ਕੀ ਕਰੇਗਾ? ਜਦੋਂ ਕੌਮ ਦੇ ਅਸੀਂ ਸੇਧ ਦੇਣ ਵਾਲਿਆਂ ਦੀ ਤੇ ਅਸੀਂ ਰੋਟੀ ਬੰਦ ਕਰ ਦਿੱਤੀ, ਦੂਜਿਆਂ ਨੂੰ ਜਾ ਕੇ ਅਸੀਂ ਝੌਂਪੜੀਆਂ ਭਰ ਦਿੱਤੀਆਂ। ਇਹ ਵਿਚਾਰ ਹੈ, ਸਮਝਣਾ ਪਵੇਗਾ, ਤਾਂ ਹੀ ਕੌਮ ਚੜ੍ਹਦੀ ਕਲਾ ਵਾਲੇ ਪਾਸੇ ਜਾ ਸਕਦੀ ਹੈ। ਰੋ ਵਿਚਾਰ ਮਹਾਰਾਜ ਕਹਿਣ ਲੱਗੇ ਉਹਦੀ ਕਿਰਪਾ ਪ੍ਰਾਪਤ ਕਰੇਗਾ ਤਾਂ ਪ੍ਰਾਪਤੀ ਹੁੰਦੀ ਹੈ। ਜਿਸ ਤੇ ਉਪਜਿਆ ਤਿਸ ਮਾਏ ਸਮਾਇਆ, ਕੀਮਤ ਕਹਿਣ ਨ ਜਾਏ। ਜਿਹਦੇ ਤੋਂ ਪੈਦਾ ਹੋਇਆ ਉਹਦੇ ਵਿੱਚ ਸਮਾ ਗਿਆ, ਜਿਹੜਾ ਮਿਲ ਗਿਆ ਉਹਦੀ ਕੀਮਤ ਕੋਈ ਪਾ ਨਹੀਂ ਸਕਦਾ ਹੈ। ਜਿਸ ਕੇ ਚਲਤ ਨ ਜਾਈ ਲਖਣ, ਨਾਨਕ ਤਿਸੇ ਧਿਆਏ। ਉਸ ਪਰਮਾਤਮਾ ਦੇ ਕੌਤਕ ਲਖੇ ਨਹੀਂ ਜਾ ਸਕਦੇ, ਉਹਦੇ ਕੌਤਕਾਂ ਦਾ ਅੰਤ ਕੋਈ ਨਹੀਂ ਹੈ। ਜਿਹੜਾ ਧਿਆਉਂਦਾ ਹੈ ਉਹਨੂੰ ਪ੍ਰਾਪਤੀ ਹੁੰਦੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਜਿਸ ਤੇ ਉਪਜਿਆ ਤਿਸ ਮਾਏ ਸਮਾਇਆ, ਕੀਮਤ ਕਹਿਣ ਨ ਜਾਏ। ਜਿਸ ਕੇ ਚਲਤ ਨ ਜਾਹੀ ਲਖਣ, ਨਾਨਕ ਤਿਸੇ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ,